ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਪ੍ਰੋਗਰਾਮ ਅਖਬਾਰਨਾਮਾ ਲੈ ਕੇ। ਮੈਂ ਜਤਿੰਦਰ ਸਿੰਘ ਹਾਜ਼ਰ ਹਾਂ। ਮੈਂ ਹਾਂ ਵਰੁਣ ਕੌਰ ਮਾਨ। ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਲੰਤ ਮਾਮਲਿਆਂ ਦੇ ਉੱਤੇ ਚਰਚਾ ਕਰਦੇ ਹਾਂ ਔਰ ਚਲੰਤ ਮਾਮਲਿਆਂ ਦੀ ਗੱਲ ਕਰੀਏ ਤੇ ਅੱਜ ਦਾ ਜਿਹੜਾ ਭਖਿਆ ਹੋਇਆ ਮਾਮਲਾ ਹੈ ਜਾਂ ਪਿਛਲੇ 2 ਦਿਨਾਂ ਤੋਂ ਜਿਹੜਾ ਭਖਿਆ ਹੋਇਆ ਮਾਮਲਾ ਹੈ ਉਹ ਹੈ ਕਰੋਨਾ ਵਾਇਰਸ ਦੀ ਜਿਹੜੀ ਐਮਰਜੈਂਸੀ ਦਵਾ ਹੈ ਉਹਨਾਂ ਨੂੰ ਪ੍ਰਵਾਨਗੀ ਮਿਲਣੀ। ਵਰੁਣ ਜੀ, ਤੇ ਸਾਡੇ 2 ਜਿਹੜੀਆਂ ਦਵਾਈਆਂ ਨੇ ਉਹਨਾਂ ਨੂੰ ਪ੍ਰਵਾਨਗੀ ਮਿਲ ਗਈ ਹੈ। ਇੰਡੀਅਨ ਸੀਰਮ ਇੰਸਟੀਚਿਊਟ ਵਾਲੀ ਜਿਹੜੀ ਕੋਵਿਸ਼ੀਲਡ ਹੈ ਉਹਨੂੰ ਮਿਲ ਗਈ ਹੈ। ਬਾਇਓਟੈਕ ਦੀ ਜਿਹੜੀ ਕੋਵੈਕਸੀਨ ਹੈ ਉਹਨੂੰ ਪ੍ਰਵਾਨਗੀ ਮਿਲ ਗਈ ਹੈ। ਜੀ ਬਿਲਕੁਲ, ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਸੀ ਕਿਉਂਕਿ ਪਿਛਲੇ ਸਾਲ 1.5 ਸਾਲ ਤੋਂ ਜਿਸ ਤਰੀਕੇ ਦੇ ਨਾਲ ਪੂਰਾ ਵਿਸ਼ਵ ਇਸ ਮਹਾਮਾਰੀ ਦੇ ਨਾਲ ਜੂਝ ਰਿਹਾ ਹੈ, ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਨੇ, ਕਈਆਂ ਦੇ ਬਿਜ਼ਨਸ ਠੱਪ ਹੋਏ ਨੇ, ਰਾਸ਼ਟਰੀ ਅੰਤਰਰਾਸ਼ਟਰੀ ਜਿਹੜੇ ਰਿਲੇਸ਼ਨ ਨੇ ਆਰਥਿਕ ਤੌਰ ਤੇ ਪ੍ਰਭਾਵਿਤ ਹੋਏ ਨੇ। ਉਸ ਸਮੇਂ ਦੌਰਾਨ ਜਦੋਂ ਅਜਿਹੀਆਂ ਮੈਡੀਸਨਸ ਆ ਜਾਂਦੀਆਂ ਨੇ, ਇਹ ਜਿਹੀਆਂ ਵੈਕਸੀਨੇਸ਼ਨਸ ਆ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਰਾਹਤ ਮਿਲਦੀ ਹੈ, ਸਰਕਾਰਾਂ ਨੂੰ ਰਾਹਤ ਮਿਲਦੀ ਹੈ, ਤਾਂ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ। ਔਰ ਜਦੋਂ ਭਾਰਤ ਦੇ ਵਿੱਚ ਇਹ ਵੈਕਸੀਨੇਸ਼ਨ ਕਰਨ ਦੀ ਤਿਆਰੀ ਪੂਰੇ ਤਰੀਕੇ ਦੇ ਨਾਲ ਹੋ ਚੁੱਕੀ ਹੈ ਤੇ ਕਿਉਂਕਿ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਸੀ ਜਿਹੜੇ ਕਰੋਨਾ ਦੇ ਨਾਲ ਸੰਕਰਮਿਤ ਹੋਏ ਤੇ ਉਸ ਚੀਜ਼ ਦਾ ਵੀ ਜਿਹੜਾ ਡਰ ਹੈ ਥੋੜਾ ਘਟੇਗਾ। ਔਰ ਜਿਹੜਾ ਨਵਾਂ ਸਟ੍ਰੇਨ ਆ ਚੁੱਕਾ ਹੈ ਕਰੋਨਾ ਦਾ, ਉਸ ਦਾ ਜਿਹੜਾ ਡਰ ਹੈ ਉਹ ਹਲੇ ਫੈਲਣਾ ਸ਼ੁਰੂ ਹੋਇਆ ਹੈ, ਲੋਕਾਂ ਦੇ ਅੰਦਰ ਡਰ ਬਣਨ ਲੱਗ ਗਿਆ ਹੈ। ਪਰ ਇੱਥੇ ਜ਼ਰੂਰ ਇੱਕ ਗੱਲ ਮੈਂ ਕਹਿਣਾ ਚਾਹੂੰਗੀ ਕਿ ਡਰਨ ਦੀ ਲੋੜ ਇੰਨੀ ਜ਼ਿਆਦਾ ਨਹੀਂ ਹੈ। ਸਮਝਦਾਰੀ ਦੇ ਨਾਲ ਆਪਾਂ ਕਰੋਨਾ ਨੂੰ ਜਿੱਤ ਸਕਦੇ ਹਾਂ, ਕਰੋਨਾ ਨੂੰ ਅਸੀਂ ਹਰਾ ਸਕਦੇ ਹਾਂ। ਜੇ ਕਰੋਨਾ ਤੇ ਜਿੱਤ ਪ੍ਰਾਪਤ ਕਰਨੀ ਹੈ ਤੇ ਸਮਝਦਾਰੀ ਰੱਖਣੀ ਹੈ। ਔਰ ਜੇ ਸਰਕਾਰ ਵੈਕਸੀਨੇਸ਼ਨ ਦੇ ਲਈ ਹਦਾਇਤਾਂ ਦਿੰਦੀ ਹੈ ਸਾਨੂੰ, ਐਡਮਿਨਿਸਟ੍ਰੇਸ਼ਨ ਸਾਡੀ ਉਹਨਾਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਜ਼ਰੂਰ ਮੰਨਣਾ ਹੋਏਗਾ। ਔਰ ਨਵੇਂ ਸਟ੍ਰੇਨ ਦੇ ਡਰ ਨੂੰ ਵੀ ਥੋੜਾ ਘਟਾ ਦਿੱਤਾ ਇਸ ਵੈਕਸੀਨੇਸ਼ਨ ਦੀ ਜਿਹੜੀ ਖਬਰ ਹੈ ਉਸਨੇ। ਇਹ ਸਮੇਂ ਦੀ ਵੀ ਮੰਗ ਹੈ ਕਿਉਂਕਿ ਜਿਹੜੀ ਨਵੀਂ ਵੈਕਸੀਨ ਹੈ ਇਹਨੂੰ ਕਿਵੇਂ ਦੇਣਾ ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਪਹਿਲੇ 3 ਫੇਜ਼ ਦੇ ਵਿੱਚ ਜਿਹੜੀ ਹੈ ਇਹ ਵੈਕਸੀਨ ਜਿਹੜੀ ਹੈ 3 ਕਰੋੜ ਲੋਕਾਂ ਨੂੰ ਦਿੱਤੀ ਜਾਣੀ ਹੈ ਔਰ 3 ਕਰੋੜਾਂ ਦੇ ਵਿੱਚ ਉਹ ਫਰੰਟ ਲਾਈਨ ਵਾਰੀਅਰ ਨੇ ਜਿਹੜਾ ਫਰੰਟ ਲਾਈਨ ਦੇ ਉੱਤੇ ਖੜ ਕੇ ਜਿਹੜਾ ਆ ਕੰਮ ਕਰ ਰਹੇ ਸੀਗੇ। ਐਂਡ ਉਹ ਜਿਹੜੀ ਹੈ ਇਹਨੂੰ ਇਸ ਤਰੀਕੇ ਨਾਲ ਦਿੱਤਾ ਜਾਊਗਾ ਕਿ ਪਹਿਲੇ ਜਿਹੜੇ ਹੋਣਗੇ 1 ਕਰੋੜ ਦੇ ਵਿੱਚ ਜਿਹੜੇ ਨੇ ਉਹ ਹੈਲਥ ਵਰਕਰ ਨੇ, ਚਾਹੇ ਉਹ ਪ੍ਰਾਈਵੇਟ 'ਚ ਕੰਮ ਕਰ ਰਹੇ ਨੇ, ਚਾਹੇ ਉਹ ਸਰਕਾਰੀ ਜਿਹੜੇ ਆ ਇੰਸਟੀਚਿਊਟ ਦੇ ਵਿੱਚ ਕੰਮ ਕਰ ਰਹੇ ਨੇ। ਉਹਨਾਂ ਦੇ ਨਾਲ ਨਰਸ ਨੇ, ਪੈਰਾਮੈਡੀਕਲ ਸਟਾਫ ਹੈ, ਸਟੂਡੈਂਟ ਨੇ, ਜਾਂ ਫਿਰ ਜੱਚਾ ਬੱਚਾ ਕੇਅਰਸ ਦੇ ਉੱਤੇ ਜਿਹੜੀਆਂ ਨਰਸਾਂ ਕੰਮ ਕਰ ਰਹੀਆਂ ਨੇ, ਛੋਟੇ ਲੈਵਲ ਦੇ ਉੱਤੇ ਕੰਮ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਹੈ ਸਭ ਤੋਂ ਪਹਿਲਾਂ ਰੱਖਿਆ ਜਾਊਗਾ। ਫਿਰ ਦੂਸਰੇ 2 ਕਰੋੜ ਦੇ ਵਿੱਚ ਉਹ ਆਉਂਦੇ ਨੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ, ਜਾਂ ਫਿਰ ਉਹ ਕਹਿ ਲਈਏ ਕਿ ਜਿਹੜੇ ਸਾਨੂੰ ਜਿਹੜੀ 24/7 ਸੁਰੱਖਿਆ ਦੇ ਰਹੇ ਨੇ, ਪੁਲਿਸ ਕਰਮਚਾਰੀ ਨੇ, ਉਹਨਾਂ ਨੂੰ ਜਿਹੜਾ ਹੈ ਦੇਗਾ। ਸਾਡੇ ਜਿਹੜੇ ਸਿਹਤ ਮਿਨਿਸਟਰ ਨੇ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਕਿ ਸਾਰਿਆਂ ਨੂੰ ਇਹ ਜਿਹੜੀ ਵੈਕਸੀਨ ਹੈ ਇਹ ਫ੍ਰੀ ਮਿਲੇਗੀ ਔਰ ਇੱਕ ਬਹੁਤ ਵੱਡਾ ਉਪਰਾਲਾ ਹੈ। ਬਿਲਕੁਲ, ਇਹ ਗਵਰਨਮੈਂਟ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਉਹ ਫ੍ਰੀ ਵੈਕਸੀਨੇਸ਼ਨ ਹੈ ਜਿਹੜੀ ਆਮ ਲੋਕਾਂ ਦੀ ਕਰੇਗੀ ਭਾਰਤ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਪੈਸੇ ਕਰਕੇ ਵੀ ਆਪਣਾ ਇਲਾਜ ਕਰਾਉਣ ਤੋਂ ਡਰਦੇ ਨੇ। ਔਰ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਹੁੰਦਾ ਹੈ ਕਿ ਅਸੀਂ ਇੰਨਾ ਪੈਸਾ ਵੀ ਖਰਚ ਰਹੇ ਹਾਂ, ਕਿਤੇ ਦੇ ਸਾਈਡ ਇਫੈਕਟ ਨਾ ਹੋ ਜਾਣ, ਨਵੀਆਂ ਦਵਾਈਆਂ ਮਾਰਕੀਟ 'ਚ ਆਈਆਂ ਨੇ, ਪਤਾ ਨਹੀਂ ਸਾਨੂੰ ਕੀ ਨੁਕਸਾਨ ਹੋ ਜਾਏਗਾ। ਇਹਨਾਂ ਸਭ ਚਿੰਤਾਵਾਂ ਨੂੰ ਦੂਰ ਕਰਨ ਦਾ ਵੀ ਇੱਕ ਤਰੀਕਾ ਇਹ ਹੈ ਕਿ ਸਾਡੀ ਜਿਹੜੀ ਫ੍ਰੀ ਆਫ ਕਾਸਟ ਵੈਕਸੀਨੇਸ਼ਨ ਹੈ ਕੀਤੀ ਜਾਏਗੀ। ਵਾਕਈ ਦੱਸ ਦਈਏ ਸਾਡੇ ਦੇਖਣ ਵਾਲਿਆਂ ਨੂੰ ਕਿ ਇਹ ਜਿਹੜਾ ਵੈਕਸੀਨ ਹੈ ਫ੍ਰੀ ਆਫ ਕਾਸਟ ਹੈ। ਪਰ ਜਿਵੇਂ ਹੁਣ ਦੇਖਿਆ ਜਾਵੇ ਕਿ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ, ਕੈਨੇਡਾ ਵਰਗੇ ਮੁਲਕਾਂ ਦੇ ਵਿੱਚ, ਜਾਂ ਫਿਰ UK ਵਰਗੇ ਮੁਲਕਾਂ ਦੇ ਵਿੱਚ ਜਿਹੜਾ ਹੈ ਉੱਥੇ ਪਹਿਲਾਂ ਉਹਨਾਂ ਦੇ ਸੈਲੀਬ੍ਰਿਟੀਜ਼ ਜਿਹੜੇ ਨੇ, ਜਾਂ ਇਹ ਕਹਿ ਲਓ ਕਿ ਪੋਲੀਟੀਸ਼ੀਅਨ ਨੇ, ਜਿਹੜੇ ਵੱਡੇ ਨਾਮ ਨੇ, ਉਹ ਪਹਿਲਾਂ ਮੈਡੀਸਿਨ ਲੈਂਦੇ ਨੇ। ਉੱਥੇ ਇੱਕ ਤਰੀਕੇ ਨਾਲ ਜਦੋਂ ਹੁਣ ਨਿਊਯਾਰਕ ਟਾਈਮ ਦੇ ਵਿੱਚ ਖਬਰ ਛਪ ਰਹੀ ਹੈ ਉਹ ਉੱਥੇ ਲਿਖਿਆ ਜਾਂਦਾ ਹੈ ਆਈ ਟੇਕ ਮਾਈ ਸ਼ਾਟ, ਡੂ ਯੂ, ਮਤਲਬ ਮੈਂ ਆਪਣਾ ਸ਼ਾਟ ਜਿਹੜਾ ਹੈ, ਆਪਣਾ ਇੰਜੈਕਸ਼ਨ ਜਿਹੜਾ ਹੈ ਲੈ ਲਿਆ, ਤੁਸੀਂ ਲਿਆ। ਇਹਦੇ ਨਾਲ ਇਹ ਹੁੰਦਾ ਕਿ ਜਦੋਂ ਵੱਡੇ ਲੋਕ ਜਿਹੜੇ ਨੇ ਜਾਂ ਫਿਰ ਤੁਹਾਡੇ ਜਿਹੜੇ ਜਿਹਨਾਂ ਨੂੰ ਤੁਸੀਂ ਰੋਲ ਮਾਡਲ ਮੰਨਦੇ ਹੋ, ਜਦੋਂ ਉਹ ਵੈਕਸੀਨ ਲੈ ਰਹੇ ਨੇ ਤਾਂ ਫਿਰ ਤੁਹਾਡੇ ਮਨਾਂ ਦੇ ਵਿੱਚੋਂ ਡਰ ਨਿਕਲ ਜਾਂਦਾ ਹੈ। ਔਰ ਸਾਡੇ ਇੰਡੀਆ ਦੇ ਵਿੱਚ ਵੀ ਇੱਦਾਂ ਹੀ ਹੈ ਕਿ ਜਦੋਂ ਅਸੀਂ ਕੁਝ ਅਜਿਹਾ ਕਰਾਂਗੇ, ਸਾਡੇ ਜਿਹੜੇ ਫਰੰਟ ਲਾਈਨ ਵਾਰੀਅਰ ਜਿਹੜੇ ਲੈਣਗੇ, ਇਹਦੇ ਨਾਲ ਇਹ ਹੋ ਜਾਏਗਾ ਕਿ ਜਿਹੜੇ ਥੱਲੇ ਲਿਖੇ ਨੇ ਉਹਨਾਂ ਨੂੰ ਵੀ ਹੌਸਲਾ ਹੋ ਜਾਏਗਾ। ਜਿੱਥੇ 3 ਕਰੋੜ ਜਿਹੜੇ ਲੋਕ ਨੇ ਉਹਨਾਂ ਨੂੰ ਮਿਲੇਗੀ। ਇਸ ਤੋਂ ਇਲਾਵਾ ਗਵਰਨਮੈਂਟ ਜਿਹੜੀ ਹੈ, ਇੰਡੀਅਨ ਗਵਰਨਮੈਂਟ, ਉਹਨੇ ਇਹ ਕਿਹਾ ਹੈ ਕਿ ਜਿਹੜੇ 30 ਕਰੋੜ ਲੋਕ ਆ ਉਹਨਾਂ ਨੂੰ 6 ਤੋਂ 8 ਮਹੀਨਿਆਂ ਦੇ ਵਿੱਚ ਕਵਰ ਕੀਤਾ ਜਾਊਗਾ ਇਸ ਵੈਕਸੀਨ ਦੇ ਨਾਲ। ਅਮਰੀਕਾ ਦੇ ਕਮਲਾ ਹੈਰਿਸ ਹੁਣਾਂ ਨੇ ਲਾਈਵ ਹੋ ਕੇ ਜਿਹੜਾ ਹੈ ਕਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਸੀ ਔਰ ਸਾਰੀ ਜਨਤਾ ਨੂੰ ਦਿਖਾਇਆ ਸੀਗਾ ਕਿ ਮੈਂ ਕਿੰਨੀ ਨਿਡਰ ਹੋ ਕੇ ਇਸ ਟੀਕੇ ਨੂੰ ਲਗਵਾ ਰਹੀ ਹਾਂ, ਤੁਸੀਂ ਵੀ ਸਾਰੇ ਇਸ ਟੀਕੇ ਨੂੰ ਜ਼ਰੂਰ ਲਗਵਾਓ। ਔਰ ਅੱਜ ਹੀ ਖਬਰ ਆ ਰਹੀ ਸੀਗੀ ਕਿ ਅਮਰੀਕਾ ਦੇ ਵਿੱਚ ਕੁਝ ਜਿਹੜੇ ਲੋਕ ਨੇ, ਸਿਹਤ ਕਰਮਚਾਰੀ ਨੇ, ਉਹ ਇਸ ਟੀਕੇ ਨੂੰ ਲਗਵਾਉਣ ਤੋਂ ਥੋੜਾ ਡਰੇ ਹੋਏ ਨੇ ਕਿਉਂਕਿ ਇਹ ਡਰ ਹਰ ਕਿਸੇ ਦੇ ਅੰਦਰ ਹੈ। ਕੋਈ ਵੀ ਨਵੀਂ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਉਸ ਦਾ ਡਰ ਬਣਨਾ ਯਕੀਨੀ ਹੈ। ਔਰ ਜਿਸ ਤਰੀਕੇ ਦੇ ਨਾਲ ਇਹ ਵੈਕਸੀਨੇਸ਼ਨ ਸਫਲ ਵੀ ਹੋ ਰਹੀ ਹੈ, ਬਹੁਤ ਸਾਰੇ ਲੋਕਾਂ ਦੇ ਲਈ ਬਹੁਤ ਹਿੰਮਤ ਦੇ ਨਾਲ ਅੱਗੇ ਆ ਕੇ ਵੀ ਇਹ ਟੀਕਾ ਲਗਵਾ ਰਹੇ ਨੇ। ਇੱਥੇ ਸਾਡਾ ਇਹ ਫਰਜ਼ ਬਣ ਜਾਂਦਾ ਹੈ ਕਿ ਅਸੀਂ ਇਸ ਵੈਕਸੀਨ ਨੂੰ ਟਾਈਮ ਦੇ ਉੱਤੇ ਲਗਵਾ ਲਈਏ ਜਦੋਂ ਵੀ ਸਾਡੀ ਵਾਰੀ ਆਉਂਦੀ ਹੈ ਇਸ ਟੀਕੇ ਨੂੰ ਲਗਵਾਉਣ ਦੀ, ਤਾਂ ਜੋ ਭਵਿੱਖ ਦੇ ਵਿੱਚ ਸਾਨੂੰ ਕੋਈ ਵੀ ਖਤਰਾ ਨਾ ਰਹੇ।
ਅੱਛਾ, ਜਿਹੜਾ ਨਿਊ ਮਿਊਟੈਂਟ ਹੈ ਉਹ ਭਾਰਤ ਦੇ ਵਿੱਚ ਇੰਨਾ ਐਕਟਿਵ ਨਹੀਂ ਹੋਇਆ। ਅੱਜ ਮੈਂ ਖਬਰਾਂ ਦੇਖ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਕਿ ਭਾਰਤ ਨੇ ਕਲਚਰਡ ਕਰ ਲਿਆ, ਭਾਰਤ ਨੇ ਉਹਨੂੰ ਐਸੇ ਤਰੀਕੇ ਨਾਲ ਹੈਂਡਲ ਕੀਤਾ ਹੈ ਕਿ ਨਵਾਂ ਮਿਊਟੈਂਟ ਆਇਆ ਨਹੀਂ ਹੈਗਾ। ਇੱਕ ਬਹੁਤ ਵੱਡੀ ਖਬਰ ਹੈ, ਪਰ ਜਦੋਂ ਅਸੀਂ ਵਿਸ਼ਵ ਮੀਡੀਆ ਦੇਖੀਏ ਨਾ, ਉੱਥੇ ਬਹੁਤ ਡਰਾਇਆ ਜਾ ਰਿਹਾ ਕਿ ਨਿਊ ਮਿਊਟੈਂਟ ਜਿਹੜਾ ਹੈ ਬਹੁਤ ਫਾਸਟ ਫੈਲ ਰਿਹਾ ਹੈ। ਤਕਰੀਬਨ ਹੁਣ ਤੱਕ 30 ਤੋਂ ਵੱਧ ਕੰਟਰੀਜ਼ ਨੇ ਜਿਹੜਾ ਹੈ ਇਹ ਨਵਾਂ ਵੇਰੀਐਂਟ ਜਿਹੜਾ ਹੈ ਉੱਥੇ ਪਾ ਗਿਆ। ਇਹ ਲੋਕ, ਮੈਨੂੰ ਲੱਗਦਾ ਕਿ ਮੀਡੀਆ ਨੂੰ ਡਰਾਉਣ ਦੀ ਨਹੀਂ, ਸਗੋਂ ਇੱਕ ਤਰੀਕੇ ਨਾਲ ਖਬਰ ਦਿਓ, ਪਰ ਉਹਦੇ ਖਬਰ ਦੇ ਨਾਲ ਕੰਕਰੀਟ ਇਨਫੋਰਮੇਸ਼ਨ ਦਿਓ ਔਰ ਦੱਸੋ ਕਿ ਡਰਨ ਦੀ ਲੋੜ ਨਹੀਂ ਹੈ ਕਿ ਇੱਕ ਚੰਗੇ ਤਰੀਕੇ ਦੇ ਨਾਲ ਤੁਸੀਂ ਜਿੱਤ ਸਕਦੇ ਹੋ ਜੰਗ ਨੂੰ। ਹਾਂ ਜਤਿੰਦਰ, ਮੈਂ ਜਿਵੇਂ ਪਹਿਲੇ ਵੀ ਗੱਲ ਕੀਤੀ ਹੈ ਕਿ ਜਿਹੜਾ ਨਵਾਂ ਸਟ੍ਰੇਨ ਹੈ ਉਹ ਲੋਕਾਂ ਦੇ ਅੰਦਰ ਕਾਫੀ ਦਹਿਸ਼ਤ ਬਣਾ ਚੁੱਕਿਆ ਹੈ। ਇਸ ਦਹਿਸ਼ਤ ਨੂੰ ਹੋਣਾ ਮਤਲਬ ਕਿ ਜ਼ਰੂਰੀ ਵੀ ਹੋ ਜਾਂਦਾ, ਲੋਕਾਂ ਦੇ ਅੰਦਰ ਇੱਕ ਆਮ ਜੀ ਗੱਲ ਹੋ ਜਾਂਦੀ ਹੈ, ਦਹਿਸ਼ਤ ਪੈਦਾ ਹੋਏਗੀ ਕਿਉਂਕਿ ਪਹਿਲਾਂ ਇੱਕ ਕਰੋਨਾ ਨੇ ਇੰਨੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਔਰ ਇੰਨਾ ਜ਼ਿਆਦਾ ਕੰਮਕਾਜ ਠੱਪ ਹੋ ਗਏ ਸੀ ਉਸ ਕਰੋਨਾ ਦੇ ਕਰਕੇ। ਤੇ ਹੁਣ ਜਿਹੜਾ ਨਵਾਂ ਸਟ੍ਰੇਨ ਹੈ, ਪਤਾ ਹੀ ਨਹੀਂ, ਕਈ ਵਾਰੀ ਆਮ ਲੋਕ ਤਾਂ ਨਹੀਂ ਇਹ ਸੋਚਦੇ ਨਾ, ਕਿ ਆਪਾਂ ਤਾਂ ਇਹੀ ਸੋਚਾਂਗੇ ਕਿ ਪਤਾ ਨਹੀਂ ਹੁਣ ਜਿਹੜੇ ਟੀਕੇ ਬਣ ਗਏ ਉਹ ਸਾਡੇ ਤੇ ਕੰਮ ਕਰਨਗੇ ਕਿ ਨਹੀਂ। ਹਾਲਾਂਕਿ ਬਹੁਤ ਸਾਰੀਆਂ ਕੰਪਨੀਆਂ ਇਹ ਦਾਅਵਾ ਕਰਦੀਆਂ ਨੇ ਕਿ ਇਹ ਟੀਕੇ ਜਿਹੜੇ ਨੇ ਨਵੇਂ ਸਟ੍ਰੇਨ ਦੇ ਉੱਤੇ ਵੀ ਕੰਮ ਕਰਨਗੇ। ਇਸ ਲਈ ਨਵਾਂ ਕਰੋਨਾ ਸਟ੍ਰੇਨ ਹੈ ਜਿਹੜਾ ਦਹਿਸ਼ਤ ਦਾ ਨਹੀਂ ਇੰਨਾ ਕਾਰਨ ਬਣਨਾ ਚਾਹੀਦਾ। ਹਾਲਾਂਕਿ ਜੇ ਕਿਸੇ ਨੂੰ ਤੁਹਾਡੇ ਲੱਛਣ ਨਜ਼ਰ ਅੰਦਰ ਆਉਂਦੇ ਨੇ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਹੈ ਕੋਈ ਨਵੇਂ ਸਟ੍ਰੇਨ ਦਾ ਜਿਹੜਾ ਇਸ਼ੂ ਨਜ਼ਰ ਆ ਰਿਹਾ ਹੈ ਜਾਂ ਕੋਈ ਲੱਛਣ ਨਜ਼ਰ ਆ ਰਿਹਾ ਹੈ, ਤਾਂ ਪ੍ਰੋਪਰ ਟਾਈਮ ਤੇ ਚੈੱਕਅਪ ਕਰਾ ਲੈਣਾ ਬਹੁਤ ਜ਼ਰੂਰੀ ਹੈ। ਵਾਕਈ ਦੱਸਣ ਵਾਲੇ ਜਿਹੜੇ ਨੇ ਉਹ ਇਹ ਵੀ ਦੱਸਦੇ ਨੇ ਕਿ ਜਿਹੜੀ ਥੋੜ੍ਹੀ ਬਹੁਤੀ ਐਲਰਜੀ ਹੋ ਵੀ ਰਹੀ ਹੈ ਤੇ ਉਹ ਸੁਭਾਵਿਕ ਆ। ਜਦੋਂ ਤੁਸੀਂ ਕੋਈ ਹੋਰ ਵੀ ਦਵਾਈ ਲੈਂਦੇ ਹੋ ਕਿਸੇ ਇੱਦਾਂ ਦੇ ਜਿਹੜੇ ਵਾਇਰਸ ਨੂੰ ਮਾਰਨ ਦੇ ਲਈ, ਉਹਦੀ ਆਟੋਮੈਟਿਕਲੀ ਨਿੱਕ ਜਿਹੜੀ ਹੈ ਉਹਦੇ ਅਸਰ ਤੁਹਾਨੂੰ ਦੇਖਣ ਨੂੰ ਮਿਲਦੇ ਆ। ਸੋ ਘਬਰਾਉਣ ਦੀ ਗੱਲ ਨਹੀਂ। ਹਰ ਦਵਾਈ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੁੰਦਾ ਹੈ। ਨਾਰਮਲ ਆਪਾਂ ਕੋਈ ਵੀ ਟੈਬਲੇਟਸ ਖਾਂਦੇ ਆ ਤੇ ਕੋਈ ਨਾ ਕੋਈ ਪ੍ਰੋਬਲਮ ਲੱਗ ਜਾਂਦੀ ਹੈ। ਡਾਕਟਰਸ ਕਹਿ ਵੀ ਦਿੰਦੇ ਨੇ ਕਿ ਦਵਾਈ ਕਿਹੜੀ ਖਾਧੀ ਸੀ, ਹੋ ਸਕਦਾ ਉਸ ਦਵਾਈ ਦੇ ਨਾਲ ਹੋ ਗਿਆ ਹੋਵੇ। ਤੇ ਤਾਂ ਸ਼ੁਰੂ ਤੋਂ ਚੱਲਦਾ ਆਇਆ ਹੈ ਕਿ ਕੋਈ ਨਾ ਕੋਈ ਮੈਡੀਸਨ ਹਰ ਤਰੀਕੇ ਦੇ ਨਾਲ ਸਾਈਡ ਇਫੈਕਟ ਕਰਦੀ ਹੈ। ਮੈਨੂੰ ਲੱਗਦਾ ਹੈ ਕਿ ਕਰੋਨਾ ਰਾਉਂਡ ਅਪ ਦੇ ਵਿੱਚ ਸਾਨੂੰ ਹੁਣ ਇੰਨੀਆਂ ਗੱਲਾਂ ਜਿਹੜੀਆਂ ਨੇ ਬਹੁਤ ਹੈ, ਔਰ ਮੈਨੂੰ ਲੱਗਦਾ ਹੈ ਕਿ ਇੰਨੇ ਕਿਤੇ ਨਾਲ ਸਾਡੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਹੋਏਗੀ ਕਿ ਭਾਰਤ ਵਿਚਲਾ ਜਿਹੜਾ ਹੈ ਉੱਥੇ ਵੀ ਜਿਹੜੇ ਆ ਇੱਕ ਕਹਿ ਲਓ ਕਿ ਕੋਵੈਕਸਿਨ ਵਰਗੀਆਂ ਦਵਾਈਆਂ ਜਿਹੜੀਆਂ ਨੇ ਉਹ ਆ ਗਈਆਂ ਨੇ ਔਰ ਜਲਦੀ ਜਿਹੜਾ ਹੈ ਇਹ ਇੰਡੀਅਨ ਪੋਪੂਲੇਸ਼ਨ ਨੂੰ ਵੀ ਇਹ ਜਿਹੜੀ ਹੈ ਮੈਡੀਸਨ ਮਿਲ ਜਾਏਗੀ। ਹੁਣ ਅਸੀਂ ਵੱਧਦੇ ਹਾਂ ਉਹ ਮੁੱਦਾ ਜਿਹਦੇ ਉੱਤੇ ਹਰ ਕਿਸੇ ਦੀ ਜਿਹੜੀ ਆ ਅੱਖ ਹੁੰਦੀ ਹੈ। ਪਿਛਲੇ ਦਿਨੀ ਭਾਰਤ ਦੇ ਵਿੱਚ ਜਿਹੜਾ ਹੈ ਇੱਕ ਮੁੱਦਾ ਜਿਹੜਾ ਹੈ ਲਗਾਤਾਰ ਜਿਹੜਾ ਸੀਗਾ ਉਹ ਗਰਮਾ ਗਰਮੀ ਦੇ ਵਿੱਚ ਰਿਹਾ। ਮੈਂ ਪਤਾ ਲੱਗ ਗਿਆ ਹੋਣਾ ਤੁਹਾਨੂੰ ਮੈਂ ਕਿਹੜੀ ਗੱਲ ਕਰ ਰਿਹਾ, ਕਿਸਾਨ ਅੰਦੋਲਨ। ਵਾਕਈ ਕਿਸਾਨ ਅੰਦੋਲਨ ਹੈ। ਔਰ ਜਦੋਂ ਅਸੀਂ ਇੱਥੇ ਪੰਜਾਬ ਦੇ ਵਿੱਚ ਪੁੱਛਦੇ ਹਾਂ ਕੀ ਚੱਲਦਾ, ਤੇ ਉਹ ਅੱਜ ਕੱਲ੍ਹ ਕਿਸਾਨ ਅੰਦੋਲਨ ਬਾਰੇ ਗੱਲ ਕਰ ਰਿਹਾ। ਜਦੋਂ ਮੀਂਹ ਪੈ ਰਿਹਾ ਤੇ ਉਦੋਂ ਵੀ ਲੋਕੀ ਪੁੱਛਦੇ ਨੇ ਕਿ ਕੀ ਚੱਲ ਰਿਹਾ, ਉੱਥੇ ਦਾ ਕੀ ਹਾਲ ਹੈ। ਹੁਣ ਲਗਾਤਾਰ ਅੱਜ ਵੀ ਇੱਥੇ ਬਾਰਿਸ਼ ਹੋਈ ਹੈ, ਦਿੱਲੀ ਵੀ ਹੋਈ ਹੈ, ਟੈਂਪਰੇਚਰ ਥੱਲੇ ਡਿੱਗਦਾ ਜਾ ਰਿਹਾ, ਪਰ ਸਰਕਾਰਾਂ ਦਾ ਪਾਰਾ ਜਿਹੜਾ ਹੈ ਉਹ ਇਹਦਾ ਲੱਗਦਾ ਕਿ ਲਗਾਤਾਰ ਉੱਪਰ ਚੜ੍ਹਦਾ ਜਾ ਰਿਹਾ। ਇਹਨਾਂ ਨੂੰ ਪਤਾ ਨਹੀਂ ਕਿ ਉਹ ਜਿਹੜੀਆਂ ਕਣੀਆਂ ਨੇ ਵਰ ਰਹੀਆਂ ਉਹਨਾਂ ਦੀਆਂ ਰੂਹਾਂ ਤੇ ਵਰ ਰਹੀਆਂ, ਉਹ ਜ਼ਮੀਨ ਤੇ ਨਹੀਂ ਵਰ ਰਹੀਆਂ। ਜਿਹੜਾ ਮੀਂਹ ਪੈ ਰਿਹਾ ਹੈ, ਜਿਸ ਤਰੀਕੇ ਦੇ ਨਾਲ ਬਾਰਿਸ਼ ਹੋ ਰਹੀ ਹੈ, ਔਰ ਸਾਡੇ ਚਾਹੇ ਬਜ਼ੁਰਗ ਨੇ, ਜਵਾਨ ਨੇ, ਬੱਚੇ ਨੇ, ਉੱਥੇ ਬੀਬੀਆਂ ਨੇ, ਔਰ ਉਹਨਾਂ ਦੇ ਲਈ ਬਹੁਤ ਮੁਸ਼ਕਿਲ ਹੈ ਤਰਪਾਲਾਂ ਵਾਲੀਆਂ ਟਰਾਲੀਆਂ ਦੇ ਅੰਦਰ ਸੌਣਾ। ਕਿਸੇ ਲਈ ਵੀ ਔਖਾ ਹੁੰਦਾ, ਸਾਡੇ ਲਈ ਮਤਲਬ ਕਿਸੇ ਲਈ ਵੀ। ਤੇ ਉਹ ਜਿਹੜਾ ਬਾਰਿਸ਼ ਹੈ, ਹੁਣ ਨਿਗਾਹ ਇੱਦਾਂ ਹੋਈ ਪਈ ਹੈ ਜਿੰਨੀ ਦੇਰ ਮੀਂਹ ਪਈ ਜਾਂਦਾ ਕਿ ਦਿੱਲੀ ਕੀ ਹਾਲ ਆ, ਦਿੱਲੀ ਕੀ ਬੀਤ ਰਿਹਾ ਹੋਊਗਾ ਸਾਰਿਆਂ ਤੇ। ਔਰ ਸਾਡੇ ਪ੍ਰਧਾਨ ਮੰਤਰੀ ਦਾ ਇੱਕ ਵੀ ਬਿਆਨ ਨਹੀਂ ਆਉਂਦਾ ਕਿ ਬਾਰਿਸ਼ ਆ ਰਹੀ ਹੈ, ਤੁਸੀਂ ਕਿੱਦਾਂ ਉੱਥੇ ਰਾਤਾਂ ਕੱਟ ਰਹੇ ਹੋ, ਕੀ ਹਾਲਾਤ ਹੋਣਗੇ। ਕਿਉਂਕਿ ਹਰ ਜਗ੍ਹਾ ਤੇ ਤਰਪਾਲਾਂ ਨਹੀਂ ਹੈਗੀਆਂ, ਕਈ ਜਗ੍ਹਾ ਟੈਂਟ ਦੂਸਰੇ ਹੀ ਹੁੰਦੇ ਆ, ਉਹਨਾਂ 'ਚ ਵੀ ਪਾਣੀ ਚੋਣ ਲੱਗ ਜਾਂਦਾ। ਟਰਾਲੀਆਂ 'ਚ ਕਿੰਨੇ ਬੰਦੇ ਬੈਠ ਜਾਊਗੇ। ਸਾਡੇ ਪ੍ਰਧਾਨ ਮੰਤਰੀ ਨੂੰ ਨਿੱਕੀ ਅਨੁਸ਼ਕਾ ਬਰਾਟ ਦੀਆਂ ਗੱਲਾਂ ਤੇ ਟਵੀਟ ਕਰਨਾ ਆਉਂਦਾ ਹੈ ਤੇ ਏਡੇ ਵੱਡੇ ਸੰਜੀਦਾ ਮਾਮਲੇ ਹੋ ਜਾਂਦੇ ਨੇ, ਉੱਥੇ ਉਹਨਾਂ ਦੇ ਕੋਈ ਬਿਆਨ ਨਹੀਂ ਆ ਰਹੇ ਕਿਸੇ ਦੇ ਵੀ। ਔਰ ਜਿਹੜਾ ਮੀਡੀਆ ਹੈ ਕਿੰਨੇ ਗਲਤ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਨੂੰ, ਗੋਦੀ ਮੀਡੀਆ ਦੀ ਗੱਲ ਕਰ ਰਹੀ ਹਾਂ ਮੈਂ, ਦਿਖਾ ਰਿਹਾ ਹੈ। ਬਾਰਿਸ਼ ਦੇ ਵਿੱਚ ਵੀ ਇੱਕ ਵੀਡੀਓ ਆਈ ਸੀ ਔਰ ਉਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ, ਭਾਵੁਕ ਕਰ ਦੇਣ ਵਾਲੀ ਵੀਡੀਓ ਹੈ ਕਿ ਕਿੰਨੇ ਸਾਰੇ ਬਜ਼ੁਰਗ ਇੱਕ ਜਗ੍ਹਾ ਤਰਪਾਲ ਲਾ ਕੇ ਥੱਲੇ ਖੜੇ ਆ ਇਕੱਠੇ ਹੋ ਕੇ। ਬਾਰਿਸ਼ ਪੈ ਰਹੀ ਹੈ ਔਰ ਉਹਨਾਂ ਦੇ ਗੱਦੇ ਗਿੱਲੇ ਹੋਏ ਪਏ ਨੇ, ਉਹਨਾਂ ਦਾ ਸਮਾਨ ਗਿੱਲਾ ਹੋਇਆ ਪਿਆ ਹੈ। ਔਰ ਇੱਕ ਪਾਸੇ ਪ੍ਰਸ਼ਾਦਾ ਪਾਣੀ ਕਿਸ ਤਰੀਕੇ ਦੇ ਨਾਲ ਤਿਆਰ ਹੋ ਰਿਹਾ ਹੈ। ਠੰਡ ਦੇ ਉੱਤੇ ਆਪਣੇ ਸਰੀਰ ਦੇ ਉੱਤੇ ਕਣੀਆਂ ਪਾਉਣੀਆਂ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਮੀਂਹ ਦੀ। ਔਰ ਤੁਹਾਡੇ ਸਾਰੇ ਕੱਪੜੇ ਗਿੱਲੇ ਹੋ ਜਾਣੇ, ਤੁਹਾਡੇ ਨਾਲ ਲੱਗੇ ਰਹਿਣੇ। ਜਿਹੜੇ ਨੌਜਵਾਨ ਲੜਕੇ ਨੇ ਉਹ ਤਰਪਾਲ ਫੜ ਕੇ ਚਾਰੋਂ ਖੂੰਜਾਂ ਤੋਂ ਖੜੇ ਹਨ ਔਰ ਬੀਬੀਆਂ ਥੱਲੇ ਪ੍ਰਸ਼ਾਦਾ ਪਕਾ ਰਹੀਆਂ ਨੇ। ਇਸ ਸਥਿਤੀ ਦੇ ਨਾਲ ਰੂਹ ਕੰਬ ਜਾਂਦੀ ਹੈ ਦੇਖ ਕੇ ਕਿ ਕਿੰਨੇ ਬੁਰੇ ਹਾਲਾਤਾਂ 'ਚ ਵੀ ਇੰਨੇ ਵੱਡੇ ਜਿਗਰਿਆਂ ਦੇ ਨਾਲ ਸਾਡੇ ਜਿਹੜੇ ਮੋਹਤਵਾਰ ਸੱਜਣ, ਮੈਂ ਉਹਨਾਂ ਨੂੰ ਕਹਾਂਗੀ, ਇਸ ਵਕਤ ਦਿੱਲੀ 'ਚ ਸਾਡੇ ਹੱਕਾਂ ਦੇ ਲਈ ਲੜ ਰਹੇ ਨੇ। ਵਾਕਈ ਜੋ ਤੁਸੀਂ ਦੱਸ ਰਹੇ ਹੋ ਕਿ ਇਹ ਕੜੀਆਂ ਜਿਹੜੀਆਂ ਨੇ ਰੂਹਾਂ ਤੇ ਪੈ ਰਹੀਆਂ ਨੇ, ਪਰ ਕਿਤੇ ਨਾ ਕਿਤੇ ਦੇਖੋ ਕਿ ਜੇ ਹੁੰਦਾ ਘਰ ਹੁੰਦਾ ਨਾ ਤੇ ਕਹਿਣਾ ਚਲੋ ਕੋਈ ਨਾ ਕੱਪੜੇ ਭਿੱਜ ਗਏ ਤੇ ਦੋਹਰਾ ਪਾ ਲਾਂਗੇ ਨਾ, ਫਿਰ ਬਦਲ ਲਾਂਗੇ। ਹੁਣ ਉੱਥੇ ਗਿਆ ਬੰਦਾ ਕਿੰਨੇ ਕੱਪੜੇ ਨਾਲ ਲੈ ਕੇ ਗਿਆ ਹੋਊਗਾ।
ਜੇ ਪਾ ਵੀ ਲਊਗਾ ਤੇ ਕੱਪੜੇ ਤਾਂ ਅੱਜਕੱਲ ਘਰਾਂ 'ਚ ਨਹੀਂ ਸੁੱਕਦੇ, ਤੇ ਉੱਥੇ ਕਿਵੇਂ ਕੱਪੜੇ ਸੁੱਕ ਜਾਣਗੇ। ਇਹ ਛੋਟੀਆਂ ਪ੍ਰੋਬਲਮਸ ਜਿਹੜੀਆਂ ਨੇ ਇਹ ਬਹੁਤ ਵੱਡੇ ਜਿੱਦਾਂ ਹੌਸਲੇ ਜਿਹੜੇ ਨੇ ਮੈਨੂੰ ਲੱਗਦਾ ਲੈ ਕੇ ਬੈਠੇ ਹੋਏ ਨੇ। ਪਰ ਕੱਲ ਦੀ ਮੀਟਿੰਗ ਜਿਹੜੀ ਆ ਪਰ ਸ਼ਾਇਦ ਉਹ ਸਾਡੀ ਬਰੂਹਾਂ ਦੇ ਉੱਤੇ ਹੀ ਆ, ਔਰ ਉਮੀਦ ਹੈ ਕਿ ਸ਼ਾਇਦ ਇਸ ਮੀਟਿੰਗ ਦੇ ਵਿੱਚ ਗੱਲ ਜਿਹੜੀ ਆ ਉਹ ਕਿਸੇ ਸਿਰੇ ਲੱਗਣ ਦੀ ਜਿਹੜੀ ਇੱਕ ਵੱਡੀ ਪੁਖਤਾ ਉਮੀਦ ਕੀਤੀ ਜਾਂਦੀ ਹੈ। ਉਮੀਦ ਹੈ ਨਾ ਹਰ ਮੀਟਿੰਗ ਤੋਂ ਹੀ ਹੁੰਦੀ ਹੈ। ਜਦੋਂ ਵੀ ਮੀਟਿੰਗ ਰੱਖੀ ਜਾਂਦੀ ਹੈ ਇੱਦਾਂ ਲੱਗਦਾ ਹੈ ਕਿ ਕੋਈ ਨਾ ਕੋਈ ਉਮੀਦ ਹੋਏਗੀ, ਪਰ ਜੋ ਕੁਝ ਪਿਛਲੀਆਂ ਮੀਟਿੰਗਸ ਦੇ ਦੌਰਾਨ ਹੋਇਆ ਹੈ, ਮਤਲਬ ਕਿ ਉਸ ਗੱਲ ਤੇ ਸਰਕਾਰ ਆਉਂਦੀ ਨਹੀਂ, ਸੇਮ ਡਰ ਉਹੀ ਹੈ ਕਿ ਕਿਤੇ ਕੱਲ ਨੂੰ ਵੀ ਕੋਈ ਅਗਲੀ ਤਰੀਕ ਨਾ ਪੈ ਜਾਵੇ, ਕਿਉਂਕਿ ਬਹੁਤਾ ਯਕੀਨ ਮੈਨੂੰ ਹੈ ਨਹੀਂ ਮੋਦੀ ਸਰਕਾਰ ਤੇ, ਕਿਉਂਕਿ ਇਹਨਾਂ ਨੇ ਕੋਈ ਕੰਮ ਯਕੀਨ ਵਾਲਾ ਅੱਜ ਤੱਕ ਕੀਤਾ ਹੀ ਨਹੀਂ। ਤੇ ਜੇ ਇਹ ਸਾਡੇ ਇਸ ਯਕੀਨ ਨੂੰ ਤੋੜ ਦੇਵੇ ਕਿ ਸਾਨੂੰ ਮੋਦੀ ਸਰਕਾਰ ਤੇ ਯਕੀਨ ਹੈ ਨਹੀਂ, ਤੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਵੀ ਕੋਈ ਨਹੀਂ ਹੋਊਗੀ। ਔਰ ਜੇ ਕੱਲ ਦੀ ਮੀਟਿੰਗ ਦੇ ਵਿੱਚ ਸਿੱਟਾ ਨਿਕਲ ਜਾਂਦਾ ਹੈ ਨਾ, ਤਾਂ ਫਿਰ ਮੈਂ ਕਹਿੰਦੀ ਹਾਂ ਮੋਦੀ ਦੇ ਸਾਰੇ ਪਾਪ ਇੱਕ ਪਾਸੇ ਤੇ ਇਹ ਖੁਸ਼ੀ ਸਾਡੀ ਇੱਕ ਪਾਸੇ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਬਹੁਤ ਹਾਰਡਲਾਈਨਰ ਆ ਬੀਜੇਪੀ ਦੇ ਵਿੱਚ, ਔਰ ਬੀਜੇਪੀ ਜਿਹੜੀ ਆ ਅਕਸ ਗਵਾ ਚੁੱਕੀ ਆ ਲੋਕਤੰਤਰ ਦਾ? ਬੀਜੇਪੀ ਅਕਸ ਗਵਾ ਹੀ ਨਹੀਂ ਚੁੱਕੀ, ਉਸ ਦਾ ਗਲਾ ਘੁੱਟ ਚੁੱਕੀ ਹੈ ਲੋਕਤੰਤਰ ਦਾ। ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਤੰਤਰ ਦੇ ਵਿੱਚ ਇੱਕ ਵਿਰੋਧੀ ਧਿਰ ਦੀ ਗੈਰ ਹਾਜ਼ਰੀ ਤੋਂ ਬਿਨਾਂ ਬਿੱਲ ਪਾਸ ਹੋ ਜਾਣਾ, ਇਸ ਤੋਂ ਵੱਡਾ ਲੋਕਤੰਤਰ ਦਾ ਘਾਣ ਕੀ ਹੋ ਸਕਦਾ ਹੈ। ਪਰ ਉਹਨੂੰ ਕਿਤੇ ਨਾ ਕਿਤੇ ਵਿਰੋਧੀ ਧਿਰ ਤਾਂ ਪਹਿਲਾਂ ਵੀ ਐਕਟਿਵ ਨਹੀਂ ਸੀਗੀ, ਇਹਨਾਂ ਨੂੰ ਕਲੀਅਰ ਕੱਟ ਮੈਜੋਰਿਟੀ ਮਿਲੀ ਆ। ਜੇ ਤੁਸੀਂ ਕਹਿ ਲਓ ਕਿ ਜੇ ਵਿਰੋਧੀ ਧਿਰ ਹੋਵੇ ਵੀ ਤਾਂ ਉੱਥੇ ਰੌਲਾ ਪਾਉਣ ਤੋਂ ਸਿਵਾਏ ਕੁਝ ਨਹੀਂ ਕਰ ਸਕਦੀ, ਜਿਹੜਾ ਉਹ ਵੀ ਨਹੀਂ ਪਾ ਰਹੀ। ਤੇ ਤੁਸੀਂ ਦੇਖੋ ਜਦੋਂ ਕਲੀਅਰ ਕੱਟ ਮੈਜੋਰਿਟੀ ਹੋਵੇ ਤਾਂ ਫਿਰ ਤਾਂ ਤੁਸੀਂ ਵਿਰੋਧੀ ਧਿਰ ਨੂੰ ਨਹੀਂ, ਜਦ ਕਿ ਇਹਨਾਂ ਦੇ ਹਾਰਡ ਲਾਈਨਰ ਬਿਹੇਵੀਅਰ ਨੂੰ ਤੁਸੀਂ ਦੋਸ਼ੀ ਮੰਨਦੇ ਹੋ? ਦੋਨੋਂ ਹੀ ਦੋਸ਼ੀ ਨੇ, ਕਿਉਂਕਿ ਵਿਰੋਧੀ ਧਿਰ ਜਿਹੜੀ ਹੈ ਲੋਕਤੰਤਰ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਹੈ। ਕਿਉਂਕਿ ਵਿਰੋਧੀ ਧਿਰ ਨੂੰ ਜਦੋਂ ਤੱਕ ਕੋਈ ਵੀ ਕਿਸੇ ਵੀ ਗੱਲ ਦੇ ਉੱਤੇ ਸਵਾਲ ਨਹੀਂ ਚੱਕਣਾ ਆਉਂਦਾ ਤੇ ਸਾਡੀ ਸਰਕਾਰ ਦਾ ਜਿਹੜਾ ਕੰਮ ਹੈ ਉਹ ਵੀ ਸਹੀ ਨਹੀਂ ਹੋ ਸਕਦਾ। ਜਦੋਂ ਤੱਕ ਵਿਰੋਧੀ ਧਿਰ ਸੰਸਦ ਦੇ ਵਿੱਚ ਰੌਲਾ ਨਹੀਂ ਪਾਉਂਦੀ ਉਦੋਂ ਤੱਕ ਕੋਈ ਗੱਲ ਬਣਦੀ ਹੀ ਨਹੀਂ। ਕਿਉਂਕਿ ਜਦੋਂ ਲੋਕਤੰਤਰ ਬਣਦਾ ਹੈ, ਇੱਕ ਧਿਰ ਹਾਰਦੀ ਹੈ, ਇੱਕ ਜਿੱਤਦੀ ਹੈ। ਜਿੰਨੀ ਜਿੱਤਣ ਵਾਲੀ ਇੰਪੋਰਟੈਂਟ ਹੁੰਦੀ ਹੈ ਮੇਰੀ ਨਜ਼ਰ 'ਚ, ਓਨੀ ਹੀ ਵਿਰੋਧੀ ਧਿਰ ਵੀ ਜ਼ਰੂਰੀ ਹੁੰਦੀ ਹੈ। ਕਿਉਂਕਿ ਸਾਡੀ ਵਿਰੋਧੀ ਧਿਰ ਤਾਂ ਸੌਂ ਗਈ ਆਰਾਮ ਦੇ ਨਾਲ, ਹੈ ਨਾ, ਕਿਉਂਕਿ ਇੰਨਾ ਜੋਸ਼ ਨਹੀਂ, ਜਜ਼ਬਾ ਨਹੀਂ। ਮੈਨੂੰ ਇੱਦਾਂ ਲੱਗਦਾ ਹੈ ਕਿ ਵਿਰੋਧੀ ਧਿਰ ਦਾ ਨੇਤਾ ਬਦਲਣਾ ਚਾਹੀਦਾ ਹੈ। ਹਾਲਾਂਕਿ ਰਾਹੁਲ ਗਾਂਧੀ ਦੇ ਉੱਤੇ ਬਹੁਤ ਸਾਰੇ ਆਪਾਂ ਜੋਕਸ ਦੇਖਦੇ ਹਾਂ, ਕਟਾਕਸ਼ ਕੱਸੇ ਜਾਂਦੇ ਨੇ, ਹੈ ਨਾ, ਗੋਦੀ ਭਗਤ ਜਿਹੜੇ ਨੇ ਉਹ ਬਹੁਤ ਸਾਰਾ ਉਹਨਾਂ ਨੂੰ ਕਰਦੇ ਨੇ। ਕਿਤੇ ਨਾ ਕਿਤੇ ਉਹ ਬਾਹਰਲਾ ਪੜ੍ਹਿਆ ਲਿਖਿਆ ਲੜਕਾ ਹੈ, ਹਾਲਾਂਕਿ ਸਮਝਦਾਰ ਹੈ, ਪਰ ਜੇ ਲੋਕ ਚਾਹੁੰਦੇ ਨੇ ਕਿ ਸਾਡਾ ਵਿਰੋਧੀ ਧਿਰ ਦਾ ਨੇਤਾ ਬਦਲ ਦਿਓ ਤਾਂ ਉਸਨੂੰ ਬਦਲ ਦੇਣ। ਉਸ ਨੂੰ ਵੀ ਨਹੀਂ ਬਦਲ ਰਹੇ। ਹੋ ਸਕਦਾ ਹੈ ਕਿ ਰਾਹੁਲ ਹੁਣਾਂ ਨੂੰ ਬਦਲਿਆ ਹੀ ਕੋਈ ਜਿਹੜੀ ਵਿਰੋਧੀ ਧਿਰ ਦਾ ਸਟਰੋਂਗ ਪਰਸਨ ਮੋਹਰੇ ਕਰਨ ਦੇ ਨਾਲ ਹੀ ਕਾਫੀ ਜ਼ਿਆਦਾ ਵਿਰੋਧੀ ਧਿਰ ਸਟਰੋਂਗ ਹੋ ਜਾਵੇ। ਅੱਛਾ, ਲਗਾਤਾਰ ਜੀਓ ਦੇ ਜਿਹੜੇ ਇੱਥੇ ਟਾਵਰ ਸੀਗੇ ਉਹਨਾਂ ਦੀ ਤੋੜਪਾਨ ਵੀ ਕੀਤੀ ਗਈ, ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਹੁਣ ਫਾਈਨਲੀ ਜਿਹੜਾ ਗਵਰਨਰ ਸਾਹਿਬ ਨੇ ਸਾਡੇ ਜਿਹੜੇ ਉਹ ਨੋਟਿਸ ਦੇ ਰਹੇ ਨੇ ਜੀ ਸਾਡੇ ਇੱਥੇ ਡੀਜੀਪੀ ਨੂੰ, ਚੀਫ ਸੈਕਟਰੀ ਨੂੰ, ਔਰ ਇੱਥੇ ਜਿਹੜਾ ਆ ਉਹਨਾਂ ਨੇ ਕਿਹਾ ਵੀ ਮੇਰੀ ਭਲਾ ਜਿੰਦ ਕੱਢ ਲਓ ਪਰ ਮੇਰੇ ਜਿਹੜੇ ਮੁਲਾਜ਼ਮ ਆ, ਬਾਕੀ ਮੇਰੇ ਮੁਲਾਜ਼ਮ ਆ ਜਿਹੜੇ ਉਹਨਾਂ ਨੂੰ ਮੰਦਾ ਨਹੀਂ ਆਖੀ। ਇਹ ਮੈਂ ਗੱਲ ਕਰ ਰਿਹਾ ਕੈਪਟਨ ਅਮਰਿੰਦਰ ਹੁਣਾਂ ਦੀ। ਉਹਨਾਂ ਨੇ ਕਿਹਾ ਜੀ ਮੇਰੇ ਉੱਤੇ ਪਰਚੇ ਕਰ ਲਓ, ਮੈਨੂੰ ਜੋ ਕਹਿਣਾ ਕਹੋ, ਪਰ ਤੁਸੀਂ ਮੇਰੇ ਜਿਹੜੇ ਮੁਲਾਜ਼ਮ ਆ, ਮੇਰੇ EMPLOYE ਆ, ਡੀਜੀਪੀ ਜਿਹੜੇ ਆ ਜਾਂ ਚੀਫ ਸੈਕਟਰੀ ਨੇ, ਦੋਵੇਂ ਤੀਵੀਂ ਆਦਮੀ ਨੇ, ਵੈਸੇ ਤਾਂ ਸਭ ਨੂੰ ਪਤਾ ਹੀ ਆ, ਵਿਨੀ ਮਹਾਜਨ ਤੇ ਜਿਹੜੇ ਸਾਡੇ ਡੀਜੀਪੀ ਨੇ ਉਹ ਨਾ, ਤੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਨਾ ਮੈਨੂੰ ਜੋ ਕਹਿਣਾ ਕਹਿ ਲਓ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਮੈਨੂੰ ਤਾਂ ਇੱਦਾਂ ਲੱਗਦਾ ਹੈ ਕਿ ਮੈਂ ਅਕਸਰ ਇਸ ਪ੍ਰੋਗਰਾਮ 'ਚ ਇਹ ਗੱਲ ਕਹਿੰਦੀ ਹੁੰਦੀ ਕਿ ਸ਼ਕਤੀਮਾਨ ਹੀ ਗੰਗਾਧਰ ਹੈ, ਠੀਕ ਹੈ ਨਾ। ਜੇ ਕੈਪਟਨ ਅਮਰਿੰਦਰ ਸਿੰਘ ਇੱਦਾਂ ਦੇ ਬਿਆਨ ਦੇ ਰਹੇ ਨੇ ਤੇ ਉਹਦੇ ਪਿੱਛੇ ਵੀ ਕੋਈ ਨਾ ਕੋਈ ਚਾਲ ਜ਼ਰੂਰ ਹੋਏਗੀ। ਦੇਖੋ ਇੱਕ ਉਹਨਾਂ ਦਾ ਹੋਰ ਬਿਆਨ ਆਇਆ, ਕਹਿੰਦੇ ਜੀਓ ਦੇ ਟਾਵਰ ਤਾਂ ਫੇਲ ਲੱਗ ਜਾਣੇ ਆ, ਪਰ ਜਿਹੜੇ ਮਾਵਾਂ ਦੇ ਪੁੱਤ ਚਲੇ ਗਏ ਜਾਂ ਜਿਹੜੇ ਕਿਸਾਨ ਸ਼ਹੀਦ ਹੋ ਗਏ ਇਹਨਾਂ ਨੇ ਮੁੜ ਕੇ ਨਹੀਂ ਆਉਣਾ। ਪਰ ਇਹ ਬਹੁਤ ਚੰਗੀ ਗੱਲ ਉਹਨਾਂ ਨੇ ਕਹੀ ਹੈ। ਦੇਖੋ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਨਾ, ਕਹਿਣੀ ਤੇ ਕਥਨੀ 'ਚ ਫਰਕ ਕਿੰਨਾ ਹੈ ਜੀ। ਇੱਕ ਪਾਸੇ ਤੁਸੀਂ ਇਦਾਂ ਦਾ ਬਿਆਨ ਦਿੰਦੇ ਹੋ ਕਿ ਲੋਕਾਂ ਦੀ ਰੂਹ ਕੰਬ ਜਾਂਦੀ ਹੈ, ਦੂਜੇ ਪਾਸੇ ਤੁਸੀਂ ਬਿਆਨ ਦਿੰਦੇ ਹੋ ਕਿ ਜੀਓ ਦੇ ਟਾਵਰਾਂ ਨੂੰ ਨਾ ਛੇੜੋ। ਯਕੀਨ ਬੰਦਾ ਕਿਸ ਤੇ ਕਰੇ? ਪਰ ਤੁਸੀਂ ਦੇਖੋ ਨਾ, ਇਹ ਗੱਲ ਹਾਸੂ ਹੀ ਨਹੀਂ ਆ ਨਾ। ਦੱਸੋ ਉਹ ਪਰਸਨ ਉੱਤੇ ਬੈਠਾ ਆ, ਉਹਨੂੰ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੀ ਪੈਣਾ ਆ। ਆਪਾਂ ਦੇਖੋ ਜੇ ਆਪਾਂ ਗੱਲ ਕੀਤੀ ਜਾਵੇ, ਉਹ ਸਰਕਾਰ ਸਾਡੇ ਨਾਲ ਖੜੀ ਆ। ਮੈਂ ਇਹ ਨਹੀਂ ਕਹਿ ਰਿਹਾ ਕਿ ਕੈਪਟਨ ਦਾ ਹਮਾਇਤੀ ਆ ਮੈਂ, ਪਰ ਤੁਸੀਂ ਦੇਖੋ ਨਾ ਲਗਾਤਾਰ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਨਾਲ ਬੈਠਾਂਗਾ, ਮੈਂ ਲਗਾਤਾਰ ਬੈਠਾਂਗਾ, ਇੱਕ ਸੀਐਮ ਵੱਲੋਂ ਇਦਾਂ ਦੇ ਬਿਆਨ ਹੋਣੇ ਵੀ ਬਹੁਤ ਚੰਗੀ ਗੱਲ ਹੈ। ਔਰ ਦੇਖੋ ਜਦੋਂ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਹੈ ਤਾਂ ਲਾਅ ਐਂਡ ਆਰਡਰ ਵੀ ਉਹਦੀ ਜ਼ਿੰਮੇਵਾਰੀ ਹੈ। ਉੱਥੇ ਤਾਂ ਆਪਾਂ ਸ਼ਲਾਘਾ ਕਰਦੇ ਹਾਂ ਜਿੱਥੇ ਉਹਨਾਂ ਦੀ ਬਣਦੀ ਹੈ। ਇੱਕ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਹੋਣੀ ਦਿੱਲੀ ਗਏ ਉਸ ਦਿਨ ਦੇ? ਬਿਲਕੁਲ ਨਹੀਂ ਗਏ। ਜਿੰਨੀ ਦੇਰ ਕਰੋਨਾ ਹੋਇਆ ਕਦੀ ਉਹ ਫੀਲਡ ਵਿੱਚ ਆਏ? ਉਹ ਬਿਲਕੁਲ ਨਹੀਂ ਆਏ। ਜਿਹੜਾ ਨੇਤਾ ਫੀਲਡ ਵਰਕ ਨਹੀਂ ਕਰਦਾ ਲੋਕ ਕਿਤੇ ਨਾ ਕਿਤੇ ਉਹਨੂੰ ਨਕਾਰਦੇ ਆ।
ਪਰ ਚਲੋ ਉਹ ਤਾਂ ਡੈਮੋਕ੍ਰੇਸੀ ਹੈ, ਉਹ ਤੇ ਆਪਣਾ ਜਵਾਬ ਉਹਨਾਂ ਨੂੰ ਮਿਲ ਜਾਣਾ। ਮੈਨੂੰ ਲੱਗਦਾ ਕਿ ਪੰਜਾਬ ਨੇ ਤਾਂ ਇਸ ਵਾਰ ਹਰ ਨੇਤੇ ਨੂੰ ਗਿਣ ਚੁਣ ਕੇ ਜਵਾਬ ਦੇਣਾ ਹੈ। ਕਈਆਂ ਨੂੰ ਤਾਂ ਜਵਾਬ ਦੇ ਵੀ ਰਹੇ ਨੇ, ਗਿਫਟ ਭੇਜ ਰਹੇ ਨੇ, ਔਰ ਉਹ ਕਹਿੰਦੇ ਕਿ ਲੋਹੜੀ ਆ ਰਹੀ ਹੈ, ਤੁਹਾਡੇ ਲਈ ਅਸੀਂ ਸਮਾਨ ਪਹਿਲਾਂ ਹੀ ਭੇਜਤਾ ਬਾਲਣ ਬੂਲਣ ਦਾ, ਹੈ ਨਾ। ਤੇ ਉਹ ਇਦਾਂ ਦੇ ਗਿਫਟ ਮੈਨੂੰ ਲੱਗਦਾ ਹੋਰ ਆਉਂਦੇ ਦਿਨਾਂ ਹਰਿਆਣੇ 'ਚ ਮਿਲ ਰਹੇ ਨੇ। ਕਰਨਾਲ ਦੇ ਵਿੱਚ ਕੋਈ ਰੈਲੀ ਕਰ ਰਿਹਾ ਤੇ ਉਹ ਘਰਾਓ ਹੋਣ ਡੇ ਨੇ, ਜੇ ਕੋਈ ਕਿਤੇ ਹੋਰ ਰੈਲੀ ਕਰ ਰਿਹਾ ਤੇ ਘਰਾਓ ਹੋ ਰਹੇ ਨੇ। ਉਹ ਇਹਨਾਂ ਨੂੰ ਪਤਾ ਲੱਗ ਰਿਹਾ ਕਿ ਹੁਣ ਪੰਜਾਬ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਰਾਜਨੀਤੀ ਹੈ ਉਹ ਖਤਮ ਹੋ ਜਾਏਗੀ। ਸੋ ਉਹਦੀ ਚਲੋ ਗੱਲ ਮੈਂ ਵੱਖਰੀ ਕਰ ਰਿਹਾ, ਪਰ ਮੈਂ ਇੱਕ ਗੱਲ ਕਰ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਲਾਅ ਐਂਡ ਆਰਡਰ ਹੈ, ਸਾਡੇ ਭਰਾਵਾਂ ਨੂੰ ਵੀ ਚਾਹੀਦਾ ਹੈ ਕਿ ਉਹਨੂੰ ਇੱਥੇ ਖਤਰੇ 'ਚ ਨਾ ਪਾਉਣ, ਕਿਉਂਕਿ ਐਵੇਂ ਅਸੀਂ ਜਿੱਤੀ ਹੋਈ ਜੰਗ ਹੈ। ਅਸੀਂ ਜਿੱਤੀ ਹੋਈ ਜੰਗ ਨੂੰ ਕਿਸੇ ਬੰਨੇ ਵੀ ਹਾਰਨਾ ਦੀ ਜਿਹੜੀ ਹੈ ਉਹ ਰਿਸਕ ਨਹੀਂ ਲੈ ਸਕਦੇ। ਸੋ ਜੀਓ ਦੇ ਟਾਵਰ ਜਿਹੜੇ ਆ, ਅਸੀਂ ਜੀਓ ਜਿਹੜੇ ਆਪ ਨਹੀਂ ਚਲਾ ਰਹੇ, ਇੰਨੇ 1 ਲੱਖਾਂ ਕਰੋੜੋ ਜੀਓ ਜਿਹੜੀਆਂ ਹੋ ਗਈਆਂ ਨੇ, ਪੋਰਟ ਹੋ ਗਈਆਂ ਨੇ। ਸੋ ਉਹਨਾਂ ਨੂੰ ਮਤਲਬ ਮੈਨੂੰ ਲੱਗਦਾ ਕਿ ਗੁੱਸਾ ਚਲੋ ਬਣਦਾ ਸਭ ਦਾ, ਪਰ ਉਹਨਾਂ ਨੂੰ ਐਡਾ ਵੀ ਗੁੱਸੇ 'ਚ ਆ ਕੇ ਇਹ ਕੰਮ ਨਹੀਂ ਕਰਨਾ ਚਾਹੀਦਾ। ਕਹਿੰਦੇ ਮਰਦਾ ਕੀ ਨਹੀਂ ਕਰਦਾ, ਜਦੋਂ ਕਿਸੇ ਦੀ ਰੋਟੀ ਖੋਣੀ ਹੈ ਨਾ, ਉਹ ਤੋਂ ਵੱਡਾ ਦਰਦ ਕੋਈ ਨਹੀਂ। ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਨੂੰ 24 ਘੰਟੇ ਦਿਨ ਰਾਤ ਠੰਡਾਂ 'ਚ ਧੁੱਪਾਂ 'ਚ ਪਾਣੀ ਦੇ ਕੇ ਪਾਲਿਆ ਹੋਵੇ, ਕੋਈ ਉਹਨਾਂ ਨੂੰ ਹੜਪਣ ਲੱਗ ਜਾਵੇ, ਫਿਰ ਬੰਦਾ ਮਰਦਾ ਕੀ ਨਾ ਕਰੂ, ਕਿੱਦਾਂ ਨਾ ਉਹਨਾਂ ਨੂੰ ਸਾਂਭਣ ਲਈ ਵੱਖਰੇ ਵੱਖਰੇ ਹੱਥ ਕੰਡੇ ਅਪਣਾਓ। ਔਰ ਕੱਲ ਪਰਸੋਂ ਇੱਕ ਖਬਰ ਦੇ ਵਿੱਚ ਬਿਆਨ ਆ ਰਿਹਾ ਸੀਗਾ, ਗੋਦੀ ਮੀਡੀਆ ਦੀ ਗੱਲ ਮੈਂ ਫਿਰ ਤੋਂ ਕਰ ਰਹੀ ਹਾਂ, ਉਹ ਕਹਿ ਰਹੀ ਹੈ ਕਿ ਇਹਨਾਂ ਕਿਸਾਨਾਂ ਨੂੰ ਇਹਨਾਂ ਬਿੱਲਾਂ ਦਾ ਫਾਇਦਾ ਹੀ ਨਹੀਂ ਪਤਾ। ਇਹਨਾਂ ਨੂੰ ਸਿਰਫ ਇਹ ਸਿਖਾ ਦਿੱਤਾ ਗਿਆ ਕਿ ਇਹ ਬਿੱਲਾਂ 'ਚ ਤੁਹਾਡੀ ਜ਼ਮੀਨ ਖੋਹ ਲੈਣੀ ਹੈ ਤੇ ਬਸ ਸਾਰੇ ਕਹਿੰਦੇ ਚੱਲ ਪਏ ਹੋਇਆ। ਮੈਂ ਤਾਂ ਉਹਨੂੰ ਇਹ ਪੁੱਛ ਰਹੀ ਹਾਂ, ਉਸ ਬੀਬਾ ਨੂੰ, ਮੈਂ ਨੀਚੇ ਕਮੈਂਟ ਵੀ ਕੀਤਾ ਸੀ, ਮੈਂ ਕਿਹਾ ਚੱਲ ਇਦਾਂ ਕਰ, ਤੂੰ ਸਾਨੂੰ ਇਸ ਬਿੱਲਾਂ ਦੇ ਫਾਇਦੇ ਗਿਣਾ, ਅਸੀਂ ਤੈਨੂੰ ਨੁਕਸਾਨ ਦੱਸਦੇ ਹਾਂ, ਹੈਨਾ। ਕਿ ਜਿਸ ਤਰੀਕੇ ਦੇ ਨਾਲ ਹਰ ਮਤਲਬ ਕਿ ਵੱਡੀਆਂ ਕੁਰਸੀਆਂ ਦੀ ਤਾਕਤ ਇੱਕ ਪਾਸੇ ਹੋ ਜਾਵੇ, ਆਮ ਜਨਤਾ ਇੱਕ ਪਾਸੇ ਹੋ ਜਾਵੇ, ਉਹਨਾਂ ਦੀ ਮਜਬੂਰੀ ਬਣ ਗਈ ਹੈ ਇਹੋ ਜਿਹੇ ਕਦਮ ਚੱਕਣੇ। ਕੋਈ ਸ਼ੌਕ ਨਹੀਂ ਹੈ। ਇੰਨੇ ਟਾਈਮ ਤੋਂ ਪੰਜਾਬ ਦੇ ਵਿੱਚ ਆਰਾਮ ਨਾਲ ਟੋਲ ਪਲਾਜ਼ਾ ਤੇ ਸ਼ਾਂਤੀ ਦੇ ਨਾਲ ਅੰਦੋਲਨ ਚੱਲ ਰਹੇ ਸੀ, ਕਿਸੇ ਨੇ ਕੁਝ ਨਹੀਂ ਕਿਹਾ। ਹੁਣ ਦਿੱਲੀ ਵੀ ਸ਼ਾਂਤਮਈ ਹੈ, ਬਾਰ-ਬਾਰ ਇਹ ਗੱਲ ਉੱਠ ਰਹੀ ਹੈ ਕਿ ਅੰਦੋਲਨ ਸ਼ਾਂਤਮਈ ਰਹਿਣਗੇ, ਪਰ ਜਦੋਂ ਤੁਸੀਂ ਸਾਰੀਆਂ ਵੱਡੀਆਂ ਕੁਰਸੀਆਂ ਇੱਕ ਪਾਸੇ ਹੋ ਗਏ ਹੋ, ਆਮ ਬੰਦਾ ਕਿਤੇ ਨਾ ਕਿਤੇ ਬਸ ਉਹ ਕੋਸ਼ਿਸ਼ ਕਰ ਰਿਹਾ ਕਿ ਅਸੀਂ ਵੀ ਹੈਗੇ ਆ, ਅਸੀਂ ਥੋੜੇ ਬਹੁਤੇ ਟੇਢੇ ਹੋ ਕੇ ਤੁਹਾਨੂੰ ਦੱਸ ਰਹੇ ਹਾਂ। ਪਰ ਮੈਂ ਉਹੀ ਗੱਲ ਕਰ ਰਿਹਾ ਕਿ ਬੀਇੰਗ ਅ ਰਿਸਪੌਂਸਿਬਲ ਨਾਗਰਿਕ, ਬੀਇੰਗ ਅ ਮੀਡੀਆ ਪਰਸਨ, ਸਾਨੂੰ ਇੱਥੋਂ ਇਹ ਬਾਤ ਦੱਸਣੀ ਚਾਹੀਦੀ ਹੈ ਕਿ ਇੱਦਾਂ ਦੀਆਂ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ। ਅਸੀਂ ਕਿਉਂਕਿ ਦੇਖੋ, ਅਸੀਂ ਜੇ ਸਾਡਾ ਪੰਜਾਬ ਦਾ ਪੂਰਾ ਹਰ ਬੰਦਾ ਪੰਜਾਬ ਦਾ ਨਾਲ ਹੈ, ਔਰ ਮੈਨੂੰ ਲੱਗਦਾ ਕਿ ਅਸੀਂ ਜੀਓ ਨਹੀਂ ਵੀ ਚਲਾ ਰਹੇ, ਅਸੀਂ ਰਿਲਾਇੰਸ ਦਾ ਬਾਇਕਾਟ ਕੀਤਾ ਹੋਇਆ। ਮੈਂ ਥੋੜ੍ਹੇ ਦਿਨ ਪਹਿਲਾਂ ਕਪੂਰਥਲਾ ਜਾ ਰਿਹਾ ਸੀਗਾ, ਤੇ ਉੱਥੇ ਜਦੋਂ ਮੈਂ ਲੰਘ ਰਿਹਾ ਸੀਗਾ ਤੇ ਉੱਥੇ ਰਿਲਾਇੰਸ ਦਾ ਇੱਕ ਪੈਟਰੋਲ ਪੰਪ ਖੁੱਲ੍ਹਾ ਹੋਇਆ ਸੀਗਾ, ਤੇ ਉਹ ਮੈਨੂੰ ਬੜੀ ਹੈਰਾਨੀ ਹੋਈ ਕਿ ਇਹ ਪੈਟਰੋਲ ਪੰਪ ਕਿਵੇਂ ਖੁੱਲ੍ਹਾ ਹੈ। ਤੇ 5-10-15 ਮਿੰਟਾਂ ਬਾਅਦ ਮੈਂ ਉੱਥੋਂ ਦੀ ਵਾਪਸ ਲੰਘਿਆ ਤੇ ਉੱਥੇ ਮੁੰਡਿਆਂ ਨੇ ਬੈਰੀਕੇਡ ਲਾ ਦਿੱਤੇ ਸੀਗੇ। ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਭੁਲੇਖੇ ਨਾ ਕਿਤੇ ਉਹਨਾਂ ਨੇ ਖੋਲ੍ਹ ਲਿਆ ਹੋਣਾ, ਬੈਰੀਕੇਡ ਪਹਿਲਾਂ ਵੀ ਹੋਣੇ ਆ, ਤੇ ਅਸੀਂ ਵਿਲਿੰਗਲੀ ਕਿਉਂ ਨਹੀਂ ਕਰ ਸਕਦੇ। ਮੇਰਾ ਕਹਿਣ ਦਾ ਮਤਲਬ ਕਿ ਅਸੀਂ ਬਿਨਾਂ ਕਿਸੇ ਨੂੰ ਗੱਲ ਕਹਿਣ ਦਾ ਮੌਕਾ ਦਿੱਤੇ ਹੋਏ। ਇਹ ਬਹੁਤ ਵਧੀਆ ਪੁਆਇੰਟ ਹੈ ਤੁਹਾਡਾ ਕਿ ਜਦੋਂ ਖੁਦ ਹੀ ਸੋਚ ਲਓ ਕਿ ਰਿਲਾਇੰਸ ਦੇ ਪੰਪਾਂ ਤੋਂ ਪੈਟਰੋਲ ਪਵਾਉਣਾ ਹੀ ਨਹੀਂ, ਫਿਰ ਸਾਨੂੰ ਧੱਕੇ ਨਾਲ ਉਹਨੂੰ ਬੰਦ ਕਰਨ ਦੀ ਲੋੜ ਨਹੀਂ। ਮੈਂ ਕਹਿੰਦਾ ਦੇਖੋ, ਪੈਟਰੋਲ ਪੰਪਾਂ ਦੇ ਅੱਗੇ ਬੈਰੀਕੇਡ ਕਰ ਲਓ, ਤੁਸੀਂ ਜੀਓ ਦੇ ਜਿਹੜੀ ਆ ਉਹਦੀ ਇਲੈਕਟ੍ਰਿਸਿਟੀ ਜਿਹੜੀ ਆ ਉਹਨੂੰ ਬੰਦ ਕਰ ਦਿਓ, ਪਰ ਤੁਸੀਂ ਜੇ ਤੋੜ ਰਹੇ ਹੋ, ਉਹਨਾਂ ਦੇ ਜਨਰੇਟਰ ਕੱਢ ਰਹੇ ਹੋ, ਉਹ ਚੰਗੀ ਗੱਲ ਨਹੀਂ ਹੈਗੀ ਕਿਤੇ ਨਾ ਕਿਤੇ ਸਾਡੇ ਪੰਜਾਬੀਆਂ ਲਈ। ਕਿਉਂਕਿ ਸਾਨੂੰ ਪਤਾ ਹੈ ਸਾਡੇ 'ਚ ਆਕਰੋਸ਼ ਹੈਗਾ, ਪਰ ਅਸੀਂ ਇਸ ਆਕਰੋਸ਼ ਨੂੰ ਅਜੇ ਦਬਾ ਕੇ ਰੱਖਣਾ ਹੈ ਜਦੋਂ ਤੱਕ ਸਾਡੀ ਗੱਲ ਜਿਹੜੀ ਹੈ ਉਹ ਕਿਸੇ ਬੰਨੇ ਨਹੀਂ ਲੱਗ ਜਾਂਦੀ। ਪਹਿਲਾਂ ਇੱਕ ਤਾਂ ਗੱਲ ਹੈ, ਜਤਿੰਦਰ ਸਰਕਾਰਾਂ ਨੇ ਕਦੇ ਵੀ ਸੋਚਿਆ ਨਹੀਂ ਹੋਣਾ ਕਿ ਆ ਵੀ ਹੋ ਜਾਊਗਾ, ਕਿਉਂਕਿ ਆਦਤ ਪੈ ਗਈ ਸੀਗੀ ਇਹਨਾਂ ਨੂੰ, ਜਿਹੜਾ ਦਿਲ ਕਰਨਾ ਕੋਈ ਵੀ ਕਾਨੂੰਨ ਚੁੱਪ ਕਰਕੇ ਪਾਸ ਕਰ ਦੇਣਾ, ਲੋਕਾਂ ਨੇ ਚੁੱਪ ਕਰਕੇ ਬੈਠੇ ਰਹਿਣਾ। ਕੋਈ ਵੀ GST ਲਾ ਦਿਓ, ਇੰਨੀ ਮਹਿੰਗੀ ਕਰ ਦਿਓ। ਮੇਰੇ ਬਜ਼ੁਰਗ ਦੱਸਦੇ ਹੁੰਦੇ ਆ, ਦਾਦੇ ਹੋਣੀ ਜਾਂ ਡੈਡ ਹੋਣੀ ਵੀ ਇਹ ਗੱਲ ਦੱਸਦੇ ਹੁੰਦੇ ਆ ਕਿ ਪੁਰਾਣੇ ਸਮਿਆਂ 'ਚ ਜਦੋਂ 2 ਰੁਪਏ ਜਾਂ 1 ਰੁਪਏ ਪੈਟਰੋਲ ਵੱਧ ਜਾਣਾ ਤੇ ਲੋਕਾਂ ਨੇ ਸੜਕਾਂ ਤੇ ਆ ਜਾਣਾ, ਤੇ ਮਿੱਟੀ ਦਾ ਤੇਲ ਕਿਤੇ 50 ਪੈਸੇ ਵੀ ਵੱਧ ਜਾਣਾ ਤੇ ਗੱਡਿਆਂ ਤੇ ਬਜ਼ੁਰਗਾਂ ਨੇ ਸੜਕਾਂ ਤੇ ਆ ਜਾਣਾ। ਇਹ ਇੰਨੀ ਮਹਿੰਗਾਈ ਹੋਈ ਤਾਂ ਹੋਈ ਕਿੱਦਾਂ, ਹੜਤਾਲਾਂ ਹੋ ਜਾਣੀਆਂ, ਦਫ਼ਤਰਾਂ ਦੇ ਅੱਗੇ ਧਰਨੇ ਲੱਗ ਜਾਣੇ। ਅਸੀਂ ਗਿੱਝ ਗਏ ਹਾਂ, ਜਿੰਨਾ ਮਰਜ਼ੀ ਪੈਟਰੋਲ ਮਹਿੰਗਾ ਹੋਈ ਜਾਵੇ ਚੁੱਪ ਕਰਕੇ ਪਵਾਈ ਜਾਂਦੇ ਹਾਂ। ਆਵਾਜ਼ ਚੱਕਣ ਦੀ ਆਦਤ ਸਾਡੀ ਜਿਹੜੀ ਕਿਤੇ ਨਾ ਕਿਤੇ ਘਟ ਗਈ ਸੀ। ਅਸੀਂ ਇੰਨੇ ਕੁ ਜ਼ਿਆਦਾ ਖੱਪ ਚੁੱਕੇ ਸੀ ਕਿ ਅਸੀਂ ਆਰਾਮ ਨਾਲ ਦੂਸਰੇ ਦੇਸ਼ਾਂ ਨੂੰ ਮੂਵ ਕਰਨਾ ਸ਼ੁਰੂ ਕਰਤਾ। ਪਰ ਹੁਣ ਇਹ ਇੱਕ ਆਕਰੋਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ, ਇਹਨੂੰ ਪੋਜ਼ਿਟਿਵ ਵੇ ਦੇ ਨਾਲ ਰੱਖਦੇ ਹੋਏ, ਪੋਜ਼ਿਟਿਵ ਰਾਹ ਦੇ ਚੱਲਦੇ ਉੱਤੇ ਹੋਏ ਆਪਣੀ ਜਿੱਤ ਨੂੰ ਹਾਸਲ ਕਰੀਏ। ਵਾਕਈ ਹਮੇਸ਼ਾ ਅਸੀਂ ਗੱਲ ਇਹ ਕਹਿ ਰਹੇ ਹਾਂ ਕਿ ਦੇਖੋ, ਅਜੇ ਅਸੀਂ ਜਿਹੜਾ ਹੈ ਜੰਗ ਸਾਡੀ ਜਿਹੜੀ ਹੈ ਉਹ ਜਾਰੀ ਹੈ। ਜਿਵੇਂ ਸਾਡਾ ਜਿਹੜਾ ਸੰਘਰਸ਼ ਹੈ ਉਹ ਸ਼ਾਂਤਪੂਰੀ ਚੱਲ ਰਿਹਾ, ਇਵੇਂ ਹੀ ਅਸੀਂ ਜੇ ਘਰਾਓ ਵੀ ਕਰਨਾ ਹੈ ਕਿਸੇ BJP ਨੇਤਾ ਦਾ, ਤੇ ਉਹ ਵੀ ਪੂਰੇ ਸ਼ਾਂਤਮਈ ਤਰੀਕੇ ਦੇ ਨਾਲ ਕਰਨਾ ਹੈ। ਜੇ ਅਸੀਂ ਕਿਸੇ ਜੀਓ ਨੂੰ ਬੰਦ ਕਰਨਾ ਹੈ ਤੇ ਆਪਣੇ ਫੋਨ ਦੇ ਵਿੱਚੋਂ ਸਿਮ ਕੱਢ ਕੇ ਵਗਾਤੀ ਪਰਾਂ ਮਾਰ ਲੈਣੀ ਹੈ। ਕਿਸੇ ਨੂੰ ਨੁਕਸਾਨ ਨਹੀਂ ਅਜੇ ਪਹੁੰਚਾਉਣ ਦੀ ਗੱਲ ਕਰਨੀ, ਕਿਉਂਕਿ ਨੁਕਸਾਨ ਦੇ ਨਾਲ ਜਿਹੜੀ ਹੈ ਬਹੁਤ ਸਾਰੇ ਲੋਕਾਂ ਨੂੰ ਕਹਿਣ ਦਾ ਮੌਕਾ ਮਿਲ ਸਕਦਾ ਹੈ। ਔਰ ਅਸੀਂ ਹੋਰ ਵੀ ਗੱਲਾਂ ਕਰਾਂਗੇ, ਪਰ ਇੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਦੇ ਬਾਅਦ ਫਿਰਾਂਗੇ ਹੋਰ ਖਬਰਾਂ ਦੇ ਨਾਲ।
ਖਬਰਾਂ ਦੀਆਂ ਅੰਦਰਲੀਆਂ ਪਰਤਾਂ ਵਿੱਚ ਕੀ ਹੈ, ਖਬਰਾਂ ਦੇ ਪਿਛੋਕੜ ਦਾ ਕੀ ਹੈ ਸੱਚ। ਬਿਆਨ ਕਰੇਗਾ ਸਾਡਾ ਪ੍ਰੋਗਰਾਮ ਪੰਜਾਬ ਮੇਲ ਖਬਰ ਜੰਕਸ਼ਨ, ਸਿਰਫ ਪੰਜਾਬ ਮੇਲ US ਚੈਨਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਖਬਾਰਨਾਮਾ। ਵਾਕਈ ਅਖਬਾਰਨਾਮੇ ਦੇ ਵਿੱਚ ਅਸੀਂ ਹਰ ਵਾਰ ਗੱਲ ਕਰਦੇ ਹਾਂ ਵੱਖਰੀਆਂ ਖਬਰਾਂ ਦੀ। ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਕੱਲ ਦੀ ਮੀਟਿੰਗ ਤਾਂ ਜਿਹੜੀ ਆ ਉਹ ਇੱਕ ਨਿਸ਼ਚਿਤ ਹੈ, ਹੋਣੀ ਹੈ, ਪਰ ਜੇ ਉਸ ਮੀਟਿੰਗ ਦੇ ਵਿੱਚੋਂ ਜਿਹੜਾ ਹੈ ਕੁਝ ਨਿਕਲ ਕੇ ਨਹੀਂ ਆਉਂਦਾ ਤੇ ਇਹ ਪ੍ਰੈਸ ਕਾਨਫਰੰਸ ਕਰਕੇ ਦੱਸ ਦਿੱਤਾ ਸੀਗਾ ਉਹਨਾਂ ਨੇ ਕੱਲ ਕਿ ਬਈ ਸੰਘਰਸ਼ ਜਿਹੜਾ ਹੈ ਉਹ ਤੇਜ਼ ਹੋ ਜਾਣਾ, ਯਾਨੀ ਕਿ ਹੁਣ ਸੰਘਰਸ਼ ਜਿਹੜਾ ਹੈ ਉੱਦਾਂ ਦਾ ਨਹੀਂ ਰਹਿਣਾ ਹੈਗਾ। ਉਹਨਾਂ ਨੇ ਕਿਹਾ ਕਿ 18 ਜਨਵਰੀ ਨੂੰ ਜਿਹੜਾ ਹੈ ਮਹਿਲਾ ਕਿਸਾਨ ਦਿਵਸ ਜਿਹੜਾ ਹੈ ਉਹ ਵੀ ਸਿੰਘੂ ਬਾਰਡਰ ਤੇ ਵੱਖਰੇ ਬਾਰਡਰਸ ਦੇ ਉੱਤੇ ਮਨਾਇਆ ਜਾਊਗਾ। ਉਸ ਤੋਂ ਬਾਅਦ 23 ਜਿਹੜੀ ਜਨਵਰੀ ਹੈ, ਜਿਸ ਦਿਨ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਹੈ, ਉਸ ਦਿਨ ਜਿਹੜਾ ਹੈ ਟਰੈਕਟਰ ਜਿਹੜਾ ਹੈ ਲੈ ਕੇ ਅਸੀਂ ਇੱਕ ਗਵਰਨਰ ਵੱਲ ਨੂੰ ਜਿਹੜਾ ਰੁਕ ਕਰਾਂਗੇ, ਵੱਖਰੇ ਗਵਰਨਰਸ ਨੂੰ ਰੁਕ ਕਰਾਂਗੇ। ਸਾਰੇ ਉਹਨਾਂ ਨੇ ਪੂਰੇ ਪੰਜਾਬ ਦੇ ਪੂਰੇ ਭਾਰਤ ਵਿੱਚ ਕਾਲ ਕੀਤੀ ਹੈ ਕਿ ਜਿੱਥੇ ਗਵਰਨਰਸ ਨੇ ਉੱਥੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਘਿਰਾਓ ਕਰਨਾ ਹੈ। ਜੀ ਬਿਲਕੁਲ, ਔਰ ਇਹ ਜਿਹੜੇ ਘਿਰਾਅ ਹੋਣੇ ਨੇ ਕਿਸਾਨਾਂ ਦੇ ਹੱਕ ਦੇ ਲਈ ਹੋਣੇ ਨੇ, ਬਹੁਤ ਸ਼ਾਂਤਮਈ ਪ੍ਰਦਰਸ਼ਨ ਦੇ ਨਾਲ ਹੋਣੇ ਨੇ। ਉਮੀਦ ਬਸ ਇਹ ਕਰਦੇ ਹਾਂ ਕਿ ਜਦੋਂ ਇਹ ਘਿਰਾਅ ਕੀਤੇ ਜਾਣਗੇ ਕਿਸੇ ਵੀ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਨਾ ਸਰਕਾਰ ਵੱਲੋਂ, ਕਿਸਾਨ ਤਾਂ ਸ਼ਾਂਤਮਈ ਅੰਦੋਲਨ ਕਰ ਹੀ ਰਹੇ ਨੇ। ਔਰ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਵੱਖਰੇ ਗਵਰਨਰਾਂ ਦੇ ਘਰਾਂ ਦੇ ਮੂਹਰੇ ਜਾ ਕੇ ਪ੍ਰਦਰਸ਼ਨ ਕੀਤੇ ਜਾਣੇ ਹੈ, ਇਹ ਗੱਲ ਪਹਿਲਾਂ ਵੀ ਕਲੀਅਰ ਹੋ ਚੁੱਕੀ ਹੈ ਕਿ ਜੇ 4 ਜਨਵਰੀ ਨੂੰ ਫੈਸਲਾ ਨਹੀਂ ਹੁੰਦਾ ਮੀਟਿੰਗ ਦੇ ਵਿੱਚ ਕੋਈ ਵੀ, ਤਾਂ ਫਿਰ ਬਹੁਤ ਵੱਡੇ ਪੱਧਰ ਤੇ ਇਸ ਅੰਦੋਲਨ ਨੂੰ ਲੈ ਕੇ ਜਾਇਆ ਜਾਏਗਾ ਔਰ ਵੱਖਰੇ ਤਰੀਕਿਆਂ ਦੇ ਨਾਲ ਪ੍ਰਦਰਸ਼ਨ ਜਿਹੜੇ ਹੈ ਉਹ ਕੀਤੇ ਜਾਣਗੇ। ਆਪਣੀ ਹੱਕਾਂ ਦੇ ਲਈ ਆਵਾਜ਼ ਚੁੱਕੀ ਜਾਏਗੀ। ਔਰ ਇੱਕ ਗੱਲ ਮੈਂ ਇੱਥੇ ਸੱਚ ਕਹਿ ਦੇਣਾ ਚਾਹੁੰਦੀ ਹਾਂ ਕਿ ਇਹ ਪ੍ਰਦਰਸ਼ਨ ਕਹਿਣਾ ਹੀ ਸੌਖਾ ਆ, ਪ੍ਰਦਰਸ਼ਨ ਕਰਨੇ ਇਹ ਪ੍ਰਦਰਸ਼ਨ ਬਹੁਤ ਔਖੇ ਆ। ਜਿਸ ਹਿਸਾਬ ਨਾਲ ਦਿੱਲੀ 'ਚ ਹਾਲਾਤ ਹੋਏ ਪਏ ਆ ਔਰ ਸਰਕਾਰਾਂ ਜਿਹੜੀਆਂ ਨੇ ਆਪਣਾ ਜਿਹੜਾ ਨਰਮ ਰਵੱਈਆ ਜੇ ਅਪਣਾ ਲੈਣ ਤਾਂ ਕੁਛ ਨਹੀਂ ਜਾਣਾ ਉਹਨਾਂ ਦਾ। ਸਰਕਾਰ ਅੜੀ ਹੋਈ ਹੈ, ਪਰ ਚਲੋ ਇਹ ਤੇ ਸੀਗਾ ਕਿ ਇਹ 2 ਕੰਮ ਕੀਤੇ ਜਾਣਗੇ, ਪਰ ਜੇ ਫਿਰ ਵੀ ਮੰਨਦੇ ਨਹੀਂ, ਬਾਜ਼ ਨਹੀਂ ਆਉਣਗੇ ਤੇ 26 ਜਨਵਰੀ ਨੂੰ ਟਰੈਕਟਰ ਰੈਲੀ ਹੋਏਗੀ, ਗਣਤੰਤਰ ਦਿਵਸ ਮਨਾਇਆ ਜਾਏਗਾ ਔਰ ਲਾਲ ਕਿਲੇ ਦਾ ਜਿਹੜਾ ਹੈ ਰੁਖ ਕੀਤਾ ਜਾਏਗਾ। ਬਿਲਕੁਲ, ਜੇ ਲਾਲ ਕਿਲੇ ਵੱਲ ਰੁਖ ਕੀਤਾ ਜਾਏਗਾ ਔਰ ਇਹਨਾਂ ਨੇ ਪਹਿਲਾ ਫੈਸਲਾ ਕੀਤਾ ਹੀ ਹੋਇਆ ਕਿ ਜੇ ਨਹੀਂ ਫੈਸਲੇ ਹੁੰਦੇ ਤਾਂ ਸਾਨੂੰ ਵੱਖਰੇ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਦੇ ਲਈ ਨਵੇਂ ਹੱਥਕੰਡੇ ਅਪਣਾਉਣੇ ਪੈਣਗੇ। ਔਰ 26 ਜਨਵਰੀ ਦੀ ਜਿਹੜੀ ਪਰੇਡ ਹੈ ਉਹ ਟਰੈਕਟਰ ਐਂਡ ਟਰਾਲੀ ਪਰੇਡ ਹੋ ਜਾਏਗੀ। ਲਾਲ ਕਿਲੇ ਦੇ ਵੱਲ ਜਿਹੜੇ ਕਿਸਾਨ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਲੋਕ ਨੇ, ਇਸ ਅੰਦੋਲਨ ਦੇ ਨਾਲ ਜੁੜੇ ਹੋਏ ਲੋਕ ਨੇ, ਉਹ ਸਾਰੇ ਦੇ ਸਾਰੇ ਹੀ ਲਾਲ ਕਿਲੇ ਵੱਲ ਰੁਖ ਕਰਨਗੇ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਜਤਿੰਦਰ ਕਿ ਜਿਹੜੀ ਸਿਕਿਉਰਿਟੀ ਹੈ ਉਹ ਕਾਫੀ ਜ਼ਿਆਦਾ ਹਾਈ ਹੋਏਗੀ ਔਰ ਇਹਨਾਂ ਨੂੰ ਜਾਣ ਤੋਂ ਰੋਕਿਆ ਜਾਏਗਾ। ਸਿਕਿਉਰਿਟੀ ਹਜੇ ਵੀ ਬਹੁਤ ਹਾਈ ਹੈ ਉੱਥੇ, ਉਹ ਅਲਰਟਸ ਤੇ ਨੇ, ਐਮਰਜੈਂਸੀ ਟਾਸਕ ਫੋਰਸ ਬੁਲਾਈਆਂ ਗਈਆਂ ਨੇ। ਔਰ ਕਿਤੇ ਨਾ ਕਿਤੇ ਦੇਖੋ ਇਹ ਗੱਲਾਂ ਤਾਂ ਹੋਣੀਆਂ ਹੀ ਆ, ਤਕਰਾਰ ਤੇ ਪੈਦਾ ਹੁੰਦਾ ਹੀ ਆ। ਹੁਣ ਜਦੋਂ ਤੁਸੀਂ ਦੇਖੋ ਕਰਨਾਲ ਦੇ ਵਿੱਚ ਜਿਹੜਾ ਹੈ BJP ਆਗੂ ਨੇ, ਜਿਹੜੇ ਭਾਜਪਾ ਆਗੂ ਦੇ ਜਿਹੜੇ ਨੇ ਉਹ ਘਿਰਾਅ ਕੀਤਾ ਗਿਆ ਘਰਾਂ ਨੂੰ, ਤੇ ਉਦੋਂ ਵੀ ਤਕਰਾਰ ਹੋਇਆ। ਇੰਨਾ ਕੁ ਤਕਰਾਰ ਤੇ ਹੋਣਾ ਲਾਜ਼ਮੀ ਹੈ। ਪਰ ਜਦੋਂ ਅਸੀਂ 26 ਜਨਵਰੀ ਦੀ ਗੱਲ ਕਰਦੇ ਹਾਂ ਤੇ ਇਹ ਦਿਨ ਬਹੁਤ ਅਹਿਮ ਹੈ। ਇਹ ਕਿਉਂਕਿ ਲੜਾਈ ਜਿਹੜੀ ਹੈ, ਦੇਖੋ ਆਪਾਂ ਅਨਕਨਸਟੀਟਿਊਸ਼ਨਲ ਤਰੀਕੇ ਦੀ ਲੜਾਈ, ਮਤਲਬ ਅਨਕਨਸਟੀਟਿਊਸ਼ਨਲ ਤਰੀਕੇ ਨਾਲ ਜੋ ਹੋ ਰਿਹਾ ਹੈ ਉਸ ਤਰੀਕੇ ਨੂੰ ਨਜਿੱਠਣ ਦੇ ਨਾਲ ਲੜਾਈ ਹੈ। ਆਪਾਂ ਕਹਿ ਰਹੀਏ ਕਿ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਲੜਾਈ ਹੈ, ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਫਿਰ 26 ਜਨਵਰੀ ਅਸੀਂ ਮਨਾਉਂਦੇ ਇਸ ਦੇ ਲਈ ਕਿ ਅਸੀਂ ਉਸ ਦਿਨ ਸਾਡਾ ਜਿਹੜਾ ਕਨਸਟੀਟਿਊਸ਼ਨ ਸੀਗਾ ਉਹ ਲਾਗੂ ਹੋਇਆ ਸੀਗਾ। ਸੋ ਇਹ ਇੱਕ ਪ੍ਰਤੀਕਾਤਮਕ ਰਹੇਗਾ। ਜੇ ਉਦੋਂ ਤੱਕ ਸਾਡਾ ਜਿਹੜਾ ਕੋਈ ਮਸਲਾ ਕਿਸੇ ਬੰਨੇ ਨਹੀਂ ਲੱਗਦਾ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਹੋਏਗੀ ਜੇ ਟਰੈਕਟਰ ਜਿਹੜੀ ਆ ਪਰੇਡ ਹੋਏਗੀ। ਜੀ ਬਿਲਕੁਲ, ਇਹੀ ਉਮੀਦ ਕਰਦੇ ਹਾਂ ਕਿ ਬਾਕੀ ਸਾਰੀਆਂ ਤਰੀਕਾਂ ਦਾ ਜੋ ਅਸੀਂ ਪ੍ਰੋਗਰਾਮ ਲਿਖੇ ਹੋਏ ਨੇ ਉਹ ਕੈਂਸਲ ਹੋ ਜਾਣ। ਕੈਂਸਲ ਇਸ ਲਈ ਕਹਿ ਰਹੀ ਹਾਂ ਕਿਉਂਕਿ 4 ਜਨਵਰੀ ਨੂੰ ਜਿਹੜਾ ਰਿਜ਼ਲਟ ਹੈ ਮੀਟਿੰਗ ਦਾ ਉਸ ਕਿਸਾਨਾਂ ਦੇ ਹੱਕ ਵਿੱਚ ਆਵੇ ਔਰ ਰੱਬ ਨਾ ਕਰੇ ਕਿ ਜੇ ਹੱਕ ਵਿੱਚ ਨਹੀਂ ਆਉਂਦਾ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਤੱਕ ਕੀ ਭਾਰਤ, ਕੀ ਪੰਜਾਬ, ਪੂਰੀ ਦੁਨੀਆ ਜਿਹੜੀ ਹੈ ਨਾਲ ਰਲ ਚੁੱਕੀ ਹੈ ਔਰ ਕਿਸਾਨਾਂ ਦੇ ਹੱਕ ਵਿੱਚ ਉੱਥੇ ਜਾਏਗੀ ਜਿੱਥੇ ਕਿਸਾਨ ਆਗੂਆਂ ਦੇ ਵੱਲੋਂ ਹਦਾਇਤਾਂ ਆਉਂਦੀਆਂ ਨੇ। ਪਰ ਫਿਲਹਾਲ ਹੁਣ ਸਾਨੂੰ ਸਮੇਂ ਦੀ ਹਦਾਇਤ ਹੈ। ਪ੍ਰੋਗਰਾਮ ਅਖਬਾਰਨਾਮਾ ਆਪਾਂ ਨੂੰ ਇੱਥੇ ਖਤਮ ਕਰਨਾ ਪਏਗਾ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਸੀਂ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ ਵੀ ਕਰ ਸਕਦੇ ਹੋ, ਪੰਜਾਬ ਮੇਲ USA TV ਚੈਨਲ। ਔਰ ਜੇ ਤੁਹਾਡੇ ਕੋਈ ਸਵਾਲ ਹਨ, ਕੋਈ ਵੀ ਸੁਜੈਸ਼ਨਸ ਹਨ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਾਨੂੰ ਦੱਸ ਸਕਦੇ ਹੋ। ਫਿਲਹਾਲ ਸਾਨੂੰ ਦਿਓ ਆ ਗਿਆ। ਧੰਨਵਾਦ।